ਤਿਉਹਾਰ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਅੱਜ 2 ਮਈ ਹੈ। ਵੈਸੇ 1 ਮਈ ਨੂੰ ਔਰ ਇਸ ਤੋਂ ਪਹਿਲਾਂ ਤੋਂ ਹੀ ਇਹ ਪ੍ਰੋਗਰਾਮ ਸ਼ੁਰੂ ਹੋ ਗਏ ਸੰਸਾਰ ਭਰ ਵਿੱਚ। ਦੇਸ਼ ਵਿਦੇਸ਼ਾਂ ਦੀਆਂ ਸੰਗਤਾਂ ਨੇ, ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ 9ਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ 400 ਸਾਲਾ ਪ੍ਰਕਾਸ਼ ਦਿਹਾੜਾ ਪਿਆਰ ਸ਼ਰਧਾ ਨਾਲ ਮਨਾਇਆ ਔਰ ਖਾਸ ਕਰਕੇ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਬੇਅੰਤ ਸੰਗਤਾਂ ਨਤਮਸਤਕ ਹੋਈਆਂ ਹਨ। ਦਾਸ ਤੋਂ ਪਹਿਲਾਂ ਆਪ ਜੀਆਂ ਨੇ ਭਾਈ ਜਸਵੰਤ ਸਿੰਘ ਜੀ ਪਾਸੋਂ, ਭਾਈ ਸੁਖਿੰਦਰ ਸਿੰਘ ਜੀ ਪਾਸੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪ੍ਰਕਾਸ਼, ਉਹਨਾਂ ਦੀਆਂ ਬਖਸ਼ਾਂ, ਉਹਨਾਂ ਦਾ ਤਿਆਗ, ਉਹਨਾਂ ਦੇ ਮੌਲਿਕ ਵਚਨ, ਸਤਿਗੁਰ ਦੀ ਬਾਣੀ ਪਿਆਰ ਦੇ ਨਾਲ ਸਰਵਣ ਕੀਤੀ ਹੈ। ਇਸ ਸੰਸਾਰ ਦੇ ਅੰਦਰ ਜੁਗਾਂ ਜੁਗਾਤਰਾਂ ਤੋਂ ਗੁਰੂ, ਪੀਰ, ਪੈਗੰਬਰ, ਅਵਤਾਰ, ਰਿਸ਼ੀ ਮੁਨੀ, ਸੰਤ ਭਗਤ ਹੋਏ ਨੇ। ਗੁਰੂ ਨਾਨਕ ਸਾਹਿਬ ਆਮਰਨ ਕਲਾ ਧਾਰ ਜਗਮੋਹਪੁਰ ਵਰਿਓ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਜੋ ਗੁਰੂ ਨਾਨਕ ਸਾਹਿਬ ਨੇ 9ਵੇਂ ਸਰੂਪ ਦੇ ਅੰਦਰ ਇਸ ਸੰਸਾਰ ਤੇ ਵੱਡੀ ਬਖਸ਼ਿਸ਼ ਕੀਤੀ ਹੈ, ਉਹਦੀ ਮਿਸਾਲ ਸੰਸਾਰ ਦੇ ਅੰਦਰ ਕਿਧਰੇ ਨਹੀਂ ਮਿਲਦੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਬਚਨਾਂ ਰਾਹੀਂ ਫਰਮਾਨ ਕਰਦੇ ਹਨ, ਠੀਕ ਕਰ ਫੋਰ ਦਲੀਸ ਸਿਰ ਪ੍ਰਾਪਤ ਕੀਆ ਬਿਆਨ, ਤੇਗ ਬਹਾਦਰ ਸ਼ੀ ਕਿਰਿਆ ਕਰੀ ਨਾ ਕਿਨਹੂ ਆਨ। ਸੰਸਾਰ ਭਰ ਦੇ ਵਿੱਚ ਜੋ 9ਵੇਂ ਸਤਿਗੁਰ ਨੇ ਕੀਤਾ, ਇਹਦੀ ਮਿਸਾਲ ਕਿਧਰੇ ਨਹੀਂ ਮਿਲਦੀ। ਆਪਣੀ ਕੌਮ ਵਾਸਤੇ, ਆਪਣੇ ਧਰਮ ਵਾਸਤੇ ਤਾਂ ਹੋਰ ਵੀ ਸ਼ਹੀਦ ਹੋਏ ਹੋਣਗੇ, ਪਰ ਮਨੁੱਖਤਾ ਦੇ ਭਲੇ ਵਾਸਤੇ, ਧਰਮ ਵਾਸਤੇ, ਤਿਲ ਜੰਗੂ ਦੀ ਰਾਖੀ ਵਾਸਤੇ ਜੋ 9ਵੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸ਼ਹਾਦਤ ਦਿੱਤੀ ਹੈ, ਉਹਦੀ ਮਿਸਾਲ ਕਿਧਰੇ ਨਹੀਂ ਮਿਲਦੀ। ਆਪ ਜੀ ਨੇ 10 ਤੋਂ ਪਹਿਲਾਂ ਪਿਆਰ ਦੇ ਬਚਨ ਸਰਵਣ ਕੀਤੇ ਹਨ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਇੱਕ ਇੱਕ ਬਚਨ ਅਮੋਲਕ ਹੈ। ਸਾਹਿਬ ਜਿੱਥੇ 9ਵੇਂ ਸਰੂਪ ਦੇ ਸ਼ਲੋਕ ਆਉਂਦੇ ਹਨ ਤੇ ਸਾਹਿਬ ਦਾ ਬਚਨ ਆਉਂਦਾ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਬੇਨਤੀ ਕਰਾਂ, ਜਿੱਥੇ ਅਸੀਂ ਸਤਿਗੁਰੂ ਦੀ ਬਾਣੀ, ਗੁਰੂ ਦੇ ਬਚਨ ਵੱਧ ਤੋਂ ਵੱਧ ਸਰਵਣ ਕਰਨੇ ਹਨ, ਕਿਤੇ ਇੱਕ ਬਚਨ ਹੀ ਸਾਡੇ ਹਿਰਦੇ ਅੰਦਰ ਵਸ ਜਾਵੇ। ਜਿੱਥੇ ਮੱਖਣ ਸ਼ਾਹ ਦੀ ਅਰਦਾਸ ਹੋਈ ਤੇ ਬੇੜਾ ਪਾਰ ਹੋਇਆ, ਉੱਥੇ ਸਾਡਾ ਜੀਵਨ ਰੂਪੀ ਬੇੜਾ ਇਸ ਸੰਸਾਰ ਸਮੁੰਦਰ ਤੋਂ ਸਹਿਜ ਨਾਲ ਹੀ ਪਾਰ ਹੋ ਜਾਏਗਾ। ਗੁਣ ਗੋਬਿੰਦ ਗਾਇਓ ਨਹੀਂ। ਇਹ ਮਨੁੱਖ ਸਰੀਰ ਕਾਹਦੇ ਵਾਸਤੇ ਮਿਲਿਆ?
गुर सेवा ते भगत कमाई ताभे मास देही पाए। ओदी शिव सलाह दी भगती वास्ते ताही बेनती कीती जाती है, विसर नहीं दातार अपना नाम देहो। गुण गावां दिन रात नानक चाओ एहो। सिख मत सब बुद्ध तुम्हारी, मंदिर छावां तेरे। तुझ बिंदावर न जाना मेरे साहिबा, गुण गावां नित तेरे। मनुख दा जीवन लंघ जांदा है किसी दी निंदिया करदियां, जिहदे नाल ईर्खा है, वैर विरोध है, ਉਹ ਚਾਹੇ ਚੰਗਾ भी ਹੋਵੇ ਉਹਦੀ ਨਿੰਦਿਆ ਕਰੇਗਾ। ਜਿਹਦੇ ਨਾਲ ਹਿੱਤ ਹੈ ਉਹਦੀ ਉਸਤਤ ਕਰੇਗਾ, ਉਹਦੇ ਫੋਕੇ ਗੁਣ ਗਾਏਗਾ। ਪਰ ਉਹ ਦੋਵੇਂ ਚੀਜ਼ਾਂ ਮਨ ਨੂੰ ਮੈਲਾ ਕਰਦੀਆਂ ਨੇ। ਗੁਣ ਕਿਸ ਦੇ ਗਾਉਣੇ ਆ? ਉਸ ਮਾਲਕ ਦੇ, ਉਸ ਵਾਹਿਗੁਰੂ ਦੇ, ਉਸ ਪਰਮੇਸ਼ਰ ਵਾਹਿਗੁਰੂ ਦੇ। ਜੇ ਅਸੀਂ ਸੰਸਾਰੀ ਬੰਦਿਆਂ ਦੇ ਗੁਣ ਗਾਉਂਦੇ ਰਹੇ, ਕਿਸੇ ਦੀ ਨਿੰਦਿਆ ਕਰਦੇ ਰਹੇ, ਕਿਸੇ ਦੇ ਆਪਣੇ ਮਤਲਬ ਵਾਸਤੇ ਉਸਤਤ ਕਰਦੇ ਰਹੇ, ਤੇ ਉਸ ਵਾਹਿਗੁਰੂ ਦੇ ਗੁਣ ਗਾਏ ਹੀ ਨਹੀਂ ਜਿਸ ਵਾਸਤੇ ਸਾਨੂੰ ਆ ਮਨੁੱਖ ਅਮੋਲਕ ਜਨਮ ਮਿਲਿਆ ਸੀ। ਤੇ ਮੇਰੇ ਸਾਹਿਬ ਕਹਿੰਦੇ ਨੇ, ਜਨਮ ਅਕਾਰਥ ਕੀਨ। ਐ ਪਿਆਰੇ, तेरा सारा जन्म ही अकारथ जाएगा। ये सफल नहीं होना, व्यर्थ चला जाएगा। ये मोलक जन्म कौटियां दे भाव चला जाएगा। की कर तू? कहो नानक हर भज मना। ओदी शिव सलाह विच जुड़, ओदे गुण गा, ਉਹਦਾ ਸਿਮਰਨ ਕਰ। ਪਰ ਕਰ ਕਿਵੇਂ? ਜੈਸੇ ਜਲ ਕੋ ਮੀਨ। ਪਾਣੀ ਦੇ ਵਿੱਚ ਹੋਰ ਵੀ ਬਹੁਤ ਜਾਨਵਰ ਰਹਿੰਦੇ ਨੇ, ਪਰ ਤੁਸੀਂ ਆਮ ਦੇਖੋ ਕਿ ਮਿਸਾਲ ਮੱਛੀ ਦੀ ਮਿਲਦੀ ਹੈ। ਜੀਵ ਤੇ ਹੋਰ ਵੀ ਰਹਿੰਦੇ ਆ, ਬਹੁਤ ਸਾਰੇ ਜੀਵ ਹੈ ਜਿਨ੍ਹਾਂ ਦਾ ਜੀਵਨ ਸਾਰਾ ਪਾਣੀ ਵਿੱਚ ਬਤੀਤ ਹੁੰਦਾ ਹੈ। ਪਰ ਮਿਸਾਲ ਮੱਛੀ ਦੀ, ਜੋ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ। ਜੇ ਪਾਣੀ ਸਰੋਵਰ ਦਾ, ਤਲਾਅ ਦਾ ਖਤਮ ਹੋ ਜਾਵੇ, ਧਿਆਨ ਦੇਣਾ, ਪੰਛੀ ਉੱਡ ਜਾਂਦੇ ਆ, ਛੱਡ ਜਾਂਦੇ ਆ ਵੀ ਇਹਦਾ ਹੁਣ ਪਾਣੀ ਸੁੱਕ ਗਿਆ, ਕਿਤੇ ਹੋਰ ਦੀ ਭਾਲ ਕਰ ਲਈਏ। ਪਹਿਲਾਂ ਇਹਦੇ ਵਿੱਚ ਤਾਰੀਆਂ ਲਾਉਂਦੇ ਸੀ, ਪਾਣੀ ਪੀਂਦੇ ਸੀ ਪੰਛੀ। ਆਮ ਤੁਸੀਂ ਦੇਖੋ ਕਈ ਤਰ੍ਹਾਂ ਦੇ ਪੰਛੀ ਹੈ, ਪਰ ਉਹ ਛੱਡ ਕੇ ਚਲੇ ਜਾਂਦੇ ਆ। ਡੱਡੂ ਹੈ, ਉਹ ਵੀ ਦੇਖਦਾ ਪਾਣੀ ਖਤਮ ਹੋ ਗਿਆ, ਉਹ ਵੀ ਸਿਰਪੇ ਮਾਰ ਕੇ ਹੋਏ ਦੂਸਰੇ ਚਲੇ ਜਾਂਦਾ ਟੋਬੇ ਵਿੱਚ, ਸਰੋਵਰ ਵਿੱਚ। ਇਸੇ ਤਰ੍ਹਾਂ ਜਿਵੇਂ ਕੱਛੂ ਕੰਮਾ ਹੈ, ਉਹ ਵੀ ਦੂਸਰੇ ਥਾਂ ਚਲਾ ਜਾਂਦਾ ਹੈ। ਹੋਰ ਵੀ ਇਸ ਤਰ੍ਹਾਂ ਦੇ ਪੰਛੀ ਜਾਨਵਰ ਜਿਹੜੇ ਆ ਉਹ ਛੱਡ ਕੇ ਚਲੇ ਜਾਂਦੇ ਆ। ਪਰ ਮੱਛੀ ਦੇ ਖੰਭ ਨਹੀਂ ਤੇ ਨਾ ਪੈਰ ਨੇ, ਮੱਛੀ ਨਹੀਂ ਜਾਂਦੀ। ਮੱਛੀ ਉੱਥੇ ਹੀ ਖਤਮ ਹੋ ਜਾਂਦੀ ਹੈ। ਉਹਦੀ ਪ੍ਰੀਤ ਐਸੀ ਹੈ, ਸੱਚੀ ਪ੍ਰੀਤ ਹੈ। ਸੋ ਇਸ ਕਰਕੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਸਾਨੂੰ ਕਈ ਤਰ੍ਹਾਂ ਨਾਲ ਸਮਝਾਇਆ, ਕਈ ਉਦਾਹਰਨਾਂ ਦੇ ਕੇ, ਕਈ ਮਿਸਾਲਾਂ ਦੇ ਕੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਸਤਿਗੁਰ ਦੀ ਬੇਅੰਤ ਬਾਣੀ ਹੈ, ਉੱਥੇ ਮੱਛੀ ਦੀ ਮਿਸਾਲ ਜਿਹੜੀ ਹੈ ਇਸ ਸ਼ਲੋਕ ਦੇ ਵਿੱਚ ਮੇਰੇ ਸਾਹਿਬ ਦਿੰਦੇ ਆ ਕਿ ਇੱਕ ਪਾਸਾ ਤੋਂ ਹੈ ਸਿਵ ਸਲਾਹ ਤੋਂ ਖਾਲੀ ਹੈ, ਹਿਰਦੇ ਵਿੱਚ ਪ੍ਰੀਤ ਨਹੀਂ।
ਜਿਉਂਦਾ ਮੁਰਦੇ ਸਮਾਨ ਹੈ। ਅਤ ਸੁੰਦਰ ਕੁਲੀਨ ਚੰਤਰ ਮੁਖ ਗਿਆਨੀ ਧਰਮੰਤ ਮਿਰਤ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਤੁਰਿਆ ਫਿਰਦਾ ਹੈ ਪਰ ਮੁਰਦਾ ਹੈ, ਅੰਦਰੋਂ ਆਤਮ ਮੌਤ ਹੈ। ਨਾਮ ਤੋਂ ਬਗੈਰ ਆਤਮਿਕ ਮੌਤ ਹੁੰਦੀ ਹੈ। ਜਨਮ ਅਕਾਤ ਚਲਾ ਗਿਆ, ਬਿਰਥ ਚਲਾ ਗਿਆ, ਭੰਗ ਦੇ ਪਹਾੜੇ ਚਲਾ ਗਿਆ। ਪਰ ਜੇ ਜਨਮ ਸਫਲਾ ਕਰਨਾ ਹੈ ਤਾਂ ਤੂੰ ਉਸ ਦਾ ਸਿਮਰਨ ਕਰ। ਅਰਦਾਸ ਵਿੱਚ ਬਚਨ ਹੁੰਦਾ ਹੈ, ਜਿਸ ਸਾਹਿਬ ਦਾ ਮੈਂ ਸ਼ਲੋਕ ਪੜ੍ਹਿਆ ਉਸ ਸਾਹਿਬ ਦੇ ਬਾਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਿਖਦੇ ਨੇ, ਜੋ ਆਪਾਂ ਅਰਦਾਸ ਕਰਨੇ ਆ। ਤੇਗ ਬਹਾਦਰ ਸਿਮਰੀ ਹੈ, ਕਰ ਨੌਨਦ ਆਵੈ ਧਾਏ, ਸਭ ਥਾਈ ਹੋਏ ਸਹਾਏ। ਦੇਖੋ, ਤੇਗ ਬਹਾਦਰ ਸਿਮਰੀ ਹੈ, ਤੇ ਜਿਨੇ ਉਸ ਗੁਰੂ ਦਾ ਉਸ ਮਾਲਕ ਦਾ ਸਿਮਰਨ ਕਰ ਲਿਆ, ਘਰ ਨੌਨਦ ਆਵੈ ਧਾਏ। ਆ ਜਿਹੜਾ ਬਾਹਰਲਾ ਘਰ ਹੈ, ਪਰਿਵਾਰ, ਘਰ-ਬਾਰ, ਇੱਥੇ ਵੀ ਸਾਰੀਆਂ ਬਰਕਤਾਂ। ਆ ਜਿਹੜਾ ਸਰੀਰ ਰੂਪੀ ਘਰ ਹੈ, ਕਿਉਂਕਿ ਇਸ ਸਰੀਰ ਦੇ ਬਹੁਤ ਸਾਰੇ ਨਾਮ ਗੁਰੂ ਗ੍ਰੰਥ ਸਾਹਿਬ ਅੰਦਰ ਆਏ ਹੈ, ਤੇ ਇਸ ਸਰੀਰ ਨੂੰ ਘਰ ਵੀ ਆਖਿਆ, ਜਿੱਥੇ ਨਗਰ ਆਖਿਆ, ਖੇਤ ਆਖਿਆ, ਪਿੰਡ ਆਖਿਆ, ਸਰੀਰ ਆਖਿਆ, ਦੇਹ ਆਖਿਆ, ਉੱਥੇ ਮੇਰੇ ਸਾਹਿਬ ਨੇ ਸੋ ਘਰ ਵੀ ਆਖਿਆ। ਇਹ ਜਿਹੜਾ ਅੰਦਰ ਖਾਲੀ ਖਾਲੀ ਹੈ, ਕਿਉਂਕਿ ਜਿਸ ਹਿਰਦੇ ਵਿੱਚ ਨਾਮ ਨਹੀਂ ਉੱਥੇ ਸ਼ਾਂਤੀ ਨਹੀਂ। ਬਿਨ ਹਰ ਨਾਮ ਨਾ ਸ਼ਾਂਤ ਹੋਏ, ਕਿਤ ਬਿਦ ਬੰਤੀ ਰਹੇ। ਔਰ ਅੰਦਰ ਰੌਲਾ ਕਚੌਲਾ ਹੈ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਈ ਬਹੁ ਰੋਲ ਕਚੋਲਾ। ਤੇ ਜਦੋਂ ਸ਼ਬਦ ਦਾ ਨਿਵਾਸ ਹਿਰਦੇ ਵਿੱਚ ਹੋ ਗਿਆ, ਪਿਆਰਿਓ, ਸ਼ਬਦ ਨਾਲ ਇਹ ਜੁੜ ਗਿਆ, ਇਹ ਅੰਦਰਲਾ ਰੌਲਾ ਕਚੌਲਾ ਖਤਮ ਹੋ ਜਾਏਗਾ। ਕਰ ਨੌਨਦ ਆਵੈ ਧਾਏ। ਤੇ ਇਹ ਸਰੀਰ ਰੂਪੀ ਘਰ ਦੇ ਅੰਦਰ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹੈ ਹਿਰਦੇ ਸਦਾ ਵਸੈ। ਤੇਗ ਬਹਾਦਰ ਸਿਮਰੀਐ, ਕਰ ਨੌਨਦ ਆਵੈ ਧਾਏ। ਫਿਰ ਇਹ ਸਰੀਰ ਰੂਪੀ ਘਰ ਦੇ ਅੰਦਰ ਇਹ ਬਖਸ਼ਾਂ ਹੋ ਜਾਣਗੀਆਂ। ਕਿਸ ਨੂੰ, ਜਿਸ ਨੂੰ ਅਸੀਂ ਜਿਸ ਦਾ ਸਿਮਰਨ ਕਰਾਂਗੇ, ਸਭ ਥਾਈ ਹੋਏ ਸਹਾਏ। ਕੋਈ ਹੋਰ ਹੈ ਜਿਹੜਾ ਇਸ ਜੀਵ ਦਾ ਸਹਾਈ ਹੈ? ਗੁਰੂ ਤੋਂ ਬਗੈਰ, ਨਾ ਬਾਣੀ ਤੋਂ ਬਗੈਰ, ਪਰਮੇਸ਼ਰ ਤੋਂ ਬਗੈਰ ਕੋਈ ਸਹਾਈ ਨਹੀਂ। ਪਿਆਰਿਓ, ਜੇ ਸਹਾਈ ਹੈ ਤੇ ਉਹ ਗੁਰੂ ਪਰਮੇਸ਼ਰ ਹੈ। ਨਾਮ ਕਹਿ ਦਈਏ, ਬਾਣੀ ਕਹਿ ਦਈਏ, ਇੱਕੋ ਗੱਲ ਹੈ। ਸਭ ਥਾਈ, ਸਭ ਥਾਂ ਕਿਹੜੇ ਨੇ? ਕਈ ਵਾਰ ਸਾਡੀ ਸੋਚ ਦਾ ਦਾਇਰਾ ਬੜਾ ਛੋਟਾ ਹੈ, ਅਸੀਂ ਇਸ ਲੋਕ ਤੋਂ ਅੱਗੇ ਦੀ ਵਿਚਾਰ ਨਹੀਂ ਕਰਦੇ। ਸਭ ਥਾਈ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਰੱਖ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਬਹੁ ਕਿਹਾ ਕਾੜਾ ਜੀ। ਸਭ ਥਾਈ ਹੋਏ ਸਹਾਏ। ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ। ਹੁਣ ਕਈ ਵਾਰ ਖਿਆਲ ਆਉਂਦਾ ਹੈ ਕਿ ਇੱਕੇ ਸਮੇਂ ਦੇ ਅੰਦਰ ਪਿਤਾ ਵੀ, ਮਾਤਾ ਵੀ, ਬੰਧਵ ਵੀ, ਭਰਾਤਾ ਵੀ। ਇਹਦਾ ਭਾਵ ਕੀ ਹੈ? ਆਮ ਤੁਸੀਂ ਦੇਖੋ, ਮਨੁੱਖ ਨੇ ਆਪਣੇ ਜੀਵਨ ਵਿੱਚ ਬੜੇ ਸਹਾਰੇ ਲਏ ਆ। ਕਿਤੇ ਪਰਿਵਾਰ ਦਾ ਸਹਾਰਾ ਹੈ, ਕਿਤੇ ਧਨ ਦੀ ਲੋੜ ਹੈ, ਸੇਠ ਸ਼ਾਹੂਕਾਰ ਦਾ ਸਹਾਰਾ ਹੈ,
ਦੁਨਿਆਵੀ ਕੰਮਾਂ ਵਾਸਤੇ ਰਾਜਨੀਤਿਕ ਬੰਦਿਆਂ ਦਾ ਸਹਾਰਾ ਲੈਂਦਾ ਹੈ। ਇੱਕ ਨੇ ਇਹਨੇ ਬੜੇ ਹੀ ਸਹਾਰੇ ਬਣਾਏ ਨੇ, ਪਰ ਜੇ ਇਹਨੇ ਉਹਨੂੰ ਆਪਣਾ ਸਹਾਰਾ ਨਹੀਂ ਬਣਾਇਆ ਤੇ ਦੁਨੀਆ ਦੇ ਸਹਾਰੇ ਨਾਲ ਵੀ ਹੁਣ ਇਹ ਬੇਸਹਾਰਾ ਹੈ। ਇਹਦਾ ਕੋਈ ਸਹਾਰਾ ਨਹੀਂ, ਖਾਲੀ ਹੈ, ਇਕੱਲਾ ਹੀ ਹੈ। ਜਦੋਂ ਇਹ ਸੰਸਾਰ ਤੋਂ ਸਵਾਦ ਛੱਡਣੇ ਆ, ਉਹ ਸਹਾਰੇ ਕਿੱਥੇ ਜਾਣੇ ਆ? ਸਭ ਇੱਥੇ ਹੀ ਰਹਿ ਜਾਣੇ। ਇਹ ਵੀ ਜੀਵਨ ਵਿੱਚ ਪੂਰਾ ਸਾਥ ਨਹੀਂ ਦਿੰਦੇ। ਪਿਆਰਿਓ, ਆਪਣਾ ਆਪਣਾ ਹਿੱਤ ਹੁੰਦਾ ਹੈ, ਪਰ ਜੇ ਮੰਨ ਵੀ ਲਈਏ ਤੇ ਸ਼ਮਸ਼ਾਨ ਘਾਟ ਤੱਕ ਹੈ, ਵਾਪਸ ਮੁੜ ਆਉਂਦੇ। ਜਦੋਂ ਅੰਤਲਾ ਸਵਾਸ ਆਉਣਾ, ਉਦੋਂ ਦੁਨੀਆ ਦੇ ਸਹਾਰੇ ਸਾਰੇ ਛੁੱਟ ਜਾਂਦੇ ਆ, ਸਭ ਰਹਿ ਜਾਂਦੇ। ਪਰ ਜੋ ਗੁਰੂ ਪਰਮੇਸ਼ਰ ਦਾ ਸਹਾਰਾ ਹੈ ਸਾਧ ਸੰਗਤ ਜੀ, ਭਾਵ ਸਾਰੀਆਂ ਬਖਸ਼ਾਂ ਇੱਕ ਗੁਰੂ ਪਰਮੇਸ਼ਰ ਤੋਂ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧੂ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ। ਦੇਖੋ, ਰਾਖਾ ਹਰ ਥਾਂ ਲੋਕ ਪੁਲੋ ਵਿੱਚ ਉਹੀ ਹੋ ਸਕਦਾ ਹੈ, ਉਹ ਗੁਰੂ ਪਰਮੇਸ਼ਰ ਹੀ ਹੈ। ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਬਹੁ ਕਿਹਾ ਕਾੜਾ। ਤੇ ਇਧਰ ਬਚਨ ਆਇਆ, ਸਭ ਥਾਈ ਹੋਏ ਸਹਾਏ। ਉਸ ਸਤਿਗੁਰੂ ਦਾ ਸੇਵਨ, ਉਸ ਸਤਿਗੁਰੂ ਦੇ ਬਚਨਾਂ ਦੀ ਕਮਾਈ ਕਰੀਏ ਪਿਆਰੇ। ਤੇ ਮੇਰੇ ਸਾਹਿਬ ਕਹਿੰਦੇ ਤੁਹਾਡੇ ਅੰਦਰ ਐਸਾ ਪਿਆਰ ਚਾਹੀਦਾ। ਆਪ ਜੀ ਨੇ ਸਰਵਣ ਕੀਤਾ ਕਿ ਆਪ ਜੀ ਦਾ ਪ੍ਰਕਾਸ਼ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮਹਿਲ, ਜਿਨ੍ਹਾਂ ਨੂੰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਮਾਤਾ ਜੀ ਕਹਿ ਕੇ ਨਮਸਕਾਰ ਆਪਾਂ ਕਰਨੇ ਆ। ਗੁਰੂ ਕੇ ਮਹਿਲ ਛੇਵੇਂ ਪਾਤਸ਼ਾਹ ਜੀ ਦੇ ਤੇ ਧੰਨ ਮਾਤਾ ਨਾਨਕੀ ਜੀ, ਮਾਤਾ ਨਾਨਕੀ ਜੀ ਦੇ ਗ੍ਰਹਿ ਵਿਖੇ ਹੋਇਆ। ਇਹ ਵੀ ਤੁਸੀਂ ਸਰਵਣ ਕੀਤਾ ਕਿ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਸੀ ਝੁਕਾਇਆ ਸੀ, ਤੇ ਬਾਬਾ ਬਿਧੀ ਚੰਦ ਵਰਗੇ ਜਿਹੜੇ ਪਿਆਰੇ ਗੁਰਮੁਖ ਸਨ, ਪੁੱਛਿਆ ਸੀ ਸੱਚੇ ਪਾਤਸ਼ਾਹ ਹੋਰ ਵੀ ਸਾਹਿਬਜ਼ਾਦੇ ਆਪ ਜੀ ਦੇ ਘਰ ਆਏ ਨੇ, ਪਰ ਇਹਨਾਂ ਨੂੰ ਇੰਨਾ ਸਤਿਕਾਰ ਤੇ ਸੀਸ ਝੁਕਾਉਂਦੇ ਹੋ। ਤੇ ਮੇਰੇ ਸਾਹਿਬ ਨੇ ਪਤਾ ਕੀ ਕਿਹਾ ਸੀ? ਕਹਿੰਦੇ ਇਹਨਾਂ ਨੇ ਧਰਮ ਦੀ ਚਾਦਰ ਬਣਨਾ ਹੈ, ਇਹਨਾਂ ਨੇ ਜ਼ੁਲਮ ਦੀ ਅੱਗ ਬੁਝਾਉਣ ਵਾਸਤੇ ਆਪਣੀ ਸ਼ਹਾਦਤ ਦੇਣੀ ਹੈ, ਔਰ ਇਹਨਾਂ ਨੇ ਤਿਲਕ ਜੰਜੂ ਦੀ ਰਾਖੀ ਕਰਨੀ ਹੈ। ਔਰ ਇਹਨਾਂ ਦੇ ਗ੍ਰਹਿ ਵਿਖੇ ਉਸ ਵੇਲੇ ਬਚਨ ਕੀਤਾ ਸੀ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ। ਕਹਿੰਦੇ ਇਹਨਾਂ ਦੇ ਗ੍ਰਹਿ ਵਿਖੇ ਇਨ ਕੋ ਪੁੱਤਰ ਹੋਏ ਬਲਵੰਡ। ਇਹਨਾਂ ਦੇ ਗ੍ਰਹਿ ਵਿਖੇ ਜਿਹੜਾ ਸਾਹਿਬਜ਼ਾਦਾ ਆਉਣਾ ਨਾ, ਕਹਿੰਦੇ ਤੇਜ ਪ੍ਰਚੰਡ ਤਰੰਡ ਖਲਖੰਡ। ਭਾਵ ਦਸੂ ਪਾਤਸ਼ਾਹ ਮਹਾਰਾਜ ਬਾਰੇ ਛੇਵੇਂ ਪਾਤਸ਼ਾਹ ਨੇ ਬਚਨ ਉਸ ਵੇਲੇ ਕੀਤਾ ਸੀ ਵੀ ਇਹਨਾਂ ਦੇ ਘਰ ਜਿਹੜਾ ਸਾਹਿਬਜ਼ਾਦਾ ਆਉਣਾ, ਜਿਨ੍ਹਾਂ ਨੂੰ ਅਸੀਂ ਸੀ ਝੁਕਾਇਆ, ਅਜੇ ਤੇ ਹੁਣ ਆਏ ਨੇ, ਅਜੇ ਪ੍ਰਕਾਸ਼ ਹੋਇਆ, ਮਾਤਾ ਦੀ ਗੋਦ ਵਿੱਚ ਨੇ, ਤੇ ਉਸ ਵੇਲੇ ਛੇਵੇਂ ਪਾਤਸ਼ਾਹ ਜੀ ਨੇ ਸੀ ਝੁਕਾਇਆ ਸੀ ਵੀ ਇਹਨਾਂ ਦੇ ਘਰ ਜਿਹੜਾ ਸਾਹਿਬਜ਼ਾਦਾ ਆਉਣਾ ਨਾ, ਬਲੀ ਯੋਧਾ ਆਉਣਾ, ਕਹਿੰਦੇ ਉਹਦਾ ਤੇਜ ਪ੍ਰਤਾਪ ਬਹੁਤ ਹੋਏਗਾ। ਤੇ ਇਹ ਵੀ ਆਪ ਜੀ ਨੇ ਸੁਣਿਆ ਕਿ ਛੋਟੀ ਉਮਰ ਵਿੱਚ ਆਪ ਜੀ ਦੇ ਅੰਦਰ ਕਿੰਨੀ ਲਗਨ ਸੀ। ਮੈਂ ਬੇਨਤੀ ਕਰ ਰਿਹਾ, ਸਾਹਿਬ ਦਾ ਬਚਨ ਆਪਣੇ ਸਾਹਮਣੇ ਰੱਖੋ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਕਾ ਥਕੀਨ, ਕਹੋ ਨਾਨਕ ਹਰ ਭਜ ਬਨਾ, ਜਿਹੇ ਵੇ ਜਲ ਕੋ ਮੀਨ। ਤੇ ਉਹਨਾਂ ਨੇ ਉਸ ਮਾਲਕ ਨੂੰ ਯਾਦ ਕੀਤਾ। ਸਰੀਰ ਦੀ ਛੋਟੀ ਅਵਸਥਾ ਦੇ ਵਿੱਚ ਹੀ ਇਹਨਾਂ ਤਿਆਗ, ਵੈਰਾਗ, ਸਿਮਰਨ, ਫੇਰ ਸ਼ਸਤਰ ਧਾਰੀ। ਤੇ ਤੁਸਾਂ ਸਰਵਣ ਕੀਤਾ ਵੀ ਕਰਤਾਰਪੁਰ ਦੇ ਜੰਗ ਵਿੱਚ ਤੇਗ ਤਿਆਗ ਮਲ ਤੋਂ ਤੇਗ ਬਹਾਦਰ ਨਾਂ ਛੇਵੇਂ ਪਾਤਸ਼ਾਹ ਨੇ ਰੱਖਿਆ।
ਤੇ ਜਦ ਸਮਾਂ ਆਇਆ ਸੀ ਤੇ ਜੋ 8ਵੇਂ ਸਤਿਗੁਰ ਨੇ ਜੋਤੀ ਜੋਤ ਸਮਾਉਣ ਸਮੇਂ ਬਚਨ ਕੀਤਾ ਸੀ, ਬਾਬਾ ਬਕਾਲੇ ਤੇ 5 ਪੈਸੇ ਤੇ ਨਾਰੀਅਲ ਬਾਬਾ ਬੁੱਢਾ ਸਾਹਿਬ ਜੀ ਦੇ ਪੋਤਰੇ ਭਾਈ ਗੁਰਦਿੱਤਾ ਜੀ ਨੂੰ ਦਿੱਤੇ ਸਨ। ਸਮਾਂ ਆਇਆ, ਆਪ ਜੀ ਪ੍ਰਗਟ ਹੋਏ ਤੇ ਉਹ ਗੁਰੂ ਜੋਤ ਆਪ ਜੀ ਦੇ ਅੰਦਰ ਪ੍ਰਗਟ ਹੋਈ। ਬਾਕੀ 22 ਮੰਜੀਆਂ ਤੇ ਫਿਰ ਸਭ ਜਿਵੇਂ ਸੂਰਜ ਚੜ੍ਹਦਾ ਨਾ ਤੇ ਪਿਆਰਿਓ ਫਿਰ ਹਨੇਰਾ ਦੂਰ ਹੋ ਜਾਂਦਾ ਹੈ। ਸੱਚ ਦੇ ਸਾਹਮਣੇ ਝੂਠ ਨਹੀਂ ਸਿਰ ਸਕਦਾ, ਸੱਚ ਦੇ ਸਾਹਮਣੇ ਝੂਠ ਟਿਕ ਨਹੀਂ ਸਕਦਾ, ਪੱਕੇ ਦੇ ਸਾਹਮਣੇ ਕੱਚਾ ਟਿਕ ਨਹੀਂ ਸਕਦਾ ਪਿਆਰਿਓ। ਸੋ ਇਸ ਕਰਕੇ ਹੁਣ ਆਪ ਜੀ ਦਾ ਐਸਾ ਤਿਆਗ ਵਿਰਾਗਮਈ ਜੀਵਨ, ਆਪ ਜੀ ਨੂੰ ਇੱਕ ਵਾਰ ਗੁਰਸਿੱਖਾਂ ਨੇ ਜਦ ਬੇਨਤੀ ਕੀਤੀ ਭਗਤੀ ਦੇ ਬਾਰੇ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਚਨ ਕਰਦੇ ਨੇ, ਭਗਤੀ ਦੇ ਪੜਾਅ ਦਰਸਾਉਂਦੇ ਹੋਏ ਆਪ ਜੀ ਨੇ ਬਚਨ ਕੀਤਾ। ਕਹਿੰਦੇ ਜਿਹੜਾ ਭਗਤੀ ਦਾ ਪਹਿਲਾ ਪੜਾਅ ਹੈ ਨਾ, ਮੈਂ ਬੇਨਤੀ ਕਰਾਂ, ਜੋ ਸਤਿਗੁਰੂ ਦੀ ਬਾਣੀ ਹੈ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਸਮੇਂ-ਸਮੇਂ ਉਪਦੇਸ਼ ਹੈ, ਉਹ ਕੇਵਲ ਉਸ ਵੇਲੇ ਨਹੀਂ, ਸਾਰੇ ਸੰਸਾਰ ਨੂੰ ਤਾਰਨਹਾਰਾ ਹੈ, ਸਾਰੇ ਸੰਸਾਰ ਨੂੰ ਤਾਰਨਹਾਰਾ। ਤਾਂ ਸਹਿਬ ਬਚਨ ਕਰਦੇ ਨੇ ਕਿ ਭਗਤੀ ਦਾ ਪਹਿਲਾ ਪੜਾਅ ਹੈ ਹਰ ਉਸ ਸ਼ੈ ਵੱਲੋਂ ਚਿੱਤ ਹਟਾਉਣਾ, ਧਿਆਨ ਦੇਣਾ, ਹਰ ਉਸ ਸ਼ੈ ਵੱਲੋਂ ਚਿੱਤ ਹਟਾਉਣਾ ਜੋ ਉਸ ਵਾਹਿਗੁਰੂ ਵੱਲੋਂ ਚਿੱਤ ਹਟਾਵੇ। ਉਸ ਸ਼ੈ ਵੱਲੋਂ ਚਿੱਤ ਮੋੜ ਲੈਣਾ, ਹਟਾਉਣਾ। ਕਿਹੜੀ ਸ਼ੈ ਵੱਲੋਂ? ਜਿਹੜੀ ਸ਼ੈ ਵਾਹਿਗੁਰੂ ਵੱਲੋਂ ਚਿੱਤ ਹਟਾਵੇ ਸਾਡਾ, ਜਿਹਦੇ ਮੋਹ ਵਿੱਚ ਪੈ ਕੇ, ਲੋਭ ਵਿੱਚ ਪੈ ਕੇ ਅਸੀਂ ਪਰਮੇਸ਼ਰ ਵਾਹਿਗੁਰੂ ਨੂੰ ਭੁੱਲ ਜਾਂਦੇ ਹਾਂ, ਕਹਿੰਦੇ ਉਹਦੇ ਨਾਲੋਂ ਚਿੱਤ ਹਟਾ ਲਓ। ਦੂਜਾ, ਉਸ ਵਾਹਿਗੁਰੂ ਨਾਲ ਇਤਨਾ ਸਨੇਹ, ਜਿਵੇਂ ਮੈਂ ਬੇਨਤੀ ਕਰ ਰਿਹਾ ਕਿ ਕਹੋ ਨਾਨਕ ਹਰ ਭਜ ਮਨਾ ਜੇ ਬਿਦ ਜਲ ਕੋ ਮੀਨ, ਕਿ ਤੁਸੀਂ ਕਿਵੇਂ ਜੁੜੇ ਰਹਿਣਾ। ਮੇਰੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਉਸ ਵਾਹਿਗੁਰੂ ਨਾਲ ਇਤਨਾ ਸਨੇਹ ਕਿ ਹੋਰ ਸਭ ਕੁਝ ਹੀ ਭੁੱਲ ਜਾਵੇ। ਦੇਖੋ, ਹੋਰ ਸਭ ਕੁਝ ਹੀ ਭੁੱਲ ਜਾਵੇ। ਹੁਣ ਧਿਆਨ ਦੇਣਾ, ਬਹੁਤ ਸਾਰਿਆਂ ਦੀ ਐਸੀ ਵਿਚਾਰ ਹੈ ਕਿ ਜਿਸ ਵੇਲੇ ਅਸੀਂ ਸਿਮਰਤ ਤੇ ਬੈਠਦੇ ਹਾਂ ਸਾਨੂੰ ਬਹੁਤ ਸਾਰੇ ਖਿਆਲ ਆਉਂਦੇ ਨੇ। ਖਿਆਲ ਕਿਉਂ ਆਉਂਦੇ ਆ? ਕਿ ਸਾਡੇ ਅੰਦਰ ਉਹ ਪ੍ਰੇਮ, ਉਹ ਵਿਰਾਗ ਨਹੀਂ ਪਿਆਰੇ, ਕਿਉਂਕਿ ਜੇ ਅੱਖਾਂ ਖੁੱਲੀਆਂ ਨੇ, ਜੋ ਦੇਖਣਾ ਸੀ ਉਹ ਨਹੀਂ ਦੇਖ ਰਿਹਾ, ਉਹ ਗੁਰਮਤਿ ਦੇ ਉਲਟ ਦੇਖ ਰਿਹਾ। ਜੇ ਅੱਖਾਂ ਬੰਦ ਕੀਤੀਆਂ ਤੇ ਮਹਾਭਾਰਤ ਦਾ ਯੁੱਧ ਅੰਦਰ ਮੱਚਿਆ ਹੋਇਆ ਭਾਈ। ਇਹ ਕਿਉਂ ਹੈ? ਕਿ ਅੰਦਰ ਪ੍ਰੀਤ ਨਹੀਂ। ਇੱਕ ਦ੍ਰਿਸ਼ਟਾਂਤ ਰੱਬ ਦੇ ਪਿਆਰੇ ਬੜਾ ਸੋਹਣਾ ਦਿੰਦੇ ਆ, ਜਿਹੜੇ ਕਹਿੰਦੇ ਕਿ ਸਾਡਾ ਸਿਮਰਨ ਕਰਨ ਵਿੱਚ ਮਨ ਨਹੀਂ ਲੱਗਦਾ ਕਿਉਂਕਿ ਪ੍ਰੀਤ ਨਹੀਂ। ਉਹ ਇੱਕ ਦ੍ਰਿਸ਼ਟਾਂਤ ਦਿੰਦੇ ਆ, ਕਹਿੰਦੇ ਕਿਸੇ ਮਨੁੱਖ ਨੂੰ ਤੀਰ ਲੱਗਦਾ ਹੈ, ਗੋਲੀ ਲੱਗਦੀ ਹੈ, ਖੂਨ ਨੁਚੜਦਾ ਹੈ। ਹੁਣ ਉਹਨੂੰ ਕੋਈ ਕਹਿੰਦਾ ਨਹੀਂ ਕਿ ਤੂੰ ਪਾਣੀ ਮੰਗ। ਜਦ ਸਰੀਰ ਚੋਂ ਖੂਨ ਨੁਚੜੇਗਾ ਤੇ ਉਹ ਮੂੰਹ ਤੋਂ ਕਹੇਗਾ ਪਾਣੀ ਪਾਣੀ ਪਾਣੀ, ਆਪਣੇ ਆਪ ਹੀ ਕਹਿੰਦੇ ਨਾ।
ਇਸੇ ਤਰ੍ਹਾਂ ਜਦੋਂ ਸ਼ਬਦ ਦਾ ਤੀਰ ਸਾਨੂੰ ਲੱਗ ਗਿਆ, ਅਸੀਂ ਮਨ ਹਾਜ਼ਰ ਰੱਖਿਆ, ਫਿਰ ਕਹਿਣ ਦੀ ਲੋੜ ਨਹੀਂ, ਆਪਣੇ ਆਪ ਵਾਹਿਗੁਰੂ 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 ਰਸਨਾ ਨਾਲ ਕਰਦਿਆਂ ਕਰਦਿਆਂ ਅੰਦਰ ਜਪਾ ਜਾਪ ਚੱਲ ਪਏਗਾ। ਪਰ ਜਦੋਂ ਪ੍ਰੀਤ ਹੋਏਗੀ ਪਿਆਰਿਓ, ਫਿਰ ਕਹਿਣ ਦੀ ਲੋੜ ਨਹੀਂ। ਸੰਤ ਮਹਾਰਾਜ ਜੀ ਨੇਕ ਉਦਾਹਰਨਾਂ ਰਾਹੀਂ ਬਚਨ ਰਾਹੀਂ ਸਮਝਾਉਂਦੇ। ਇੱਕ ਮਾਤਾ ਦਾ ਬੇਟਾ ਆਰਮੀ ਵਿੱਚ ਹੈ, ਜੰਗ ਲੱਗੀ ਹੋਈ ਹੈ, ਖਬਰਾਂ ਆ ਰਹੀਆਂ ਨੇ ਕਿ ਹਵਾਈ ਫਾਇਰਿੰਗ ਹੋ ਰਹੀ ਹੈ, ਹਵਾਈ ਜਹਾਜ਼ਾਂ ਰਾਹੀਂ ਗੋਲੇ ਸੁੱਟੇ ਜਾ ਰਹੇ ਹੈ, ਤੋਪਾਂ ਰਾਹੀਂ ਸੁੱਟੇ ਜਾ ਰਹੇ ਹੈ, ਟੈਂਕਾਂ ਰਾਹੀਂ ਹੋ ਰਿਹਾ ਹੈ। ਔਰ ਉਹਦੇ ਅੰਦਰ ਹੈ ਕਿ ਉਹ ਨੌਜਵਾਨ ਉਸ ਘਮਸਾਨ ਜੰਗ ਦੇ ਵਿੱਚ ਹੈ। ਹੁਣ ਵਿਚਾਰ ਕਰੋ, ਉਸ ਬੀਬੀ ਨੂੰ ਕਹਿਣ ਦੀ ਲੋੜ ਪਏਗੀ? ਇੱਕ ਮਾਤਾ ਦਾ ਪੁੱਤਰ ਹੈ, ਉਹਨੂੰ ਕਹਿਣ ਦੀ ਲੋੜ ਪਏਗੀ ਕਿ ਤੂੰ ਪੁੱਤਰ ਨੂੰ ਯਾਦ ਕਰ? ਕਿਸੇ ਬੀਬੀ ਦਾ ਪਤੀ ਹੈ, ਉਸ ਜੰਗ ਦੇ ਵਿੱਚ ਕਹਿਣ ਦੀ ਲੋੜ ਪਏਗੀ ਤੂੰ ਯਾਦ ਕਰ? ਆਪਣੇ ਆਪ ਹੀ ਸੁਰਤ ਉੱਥੇ ਹਰ ਵੇਲੇ ਰਹਿੰਦੀ ਹੈ। ਨਾਰ ਪਧਾਰ ਪਿਆਰ ਹੈ, ਮਾਂ ਪੁੱਤ ਸੰਭਾਲੇ। ਇੱਕ ਪ੍ਰੀਤ ਹੈ ਨਾ, ਉੱਥੇ ਫਿਰ ਕਹਿਣ ਦੀ ਲੋੜ ਨਹੀਂ ਪੈਂਦੀ। ਜਦੋਂ ਸਾਡੀ ਗੁਰੂ ਨਾਲ ਪ੍ਰੀਤ ਜੁੜ ਗਈ, ਸਾਨੂੰ ਪਤਾ ਲੱਗ ਗਿਆ, ਕਿਉਂਕਿ ਮੋਹ ਵਿੱਚ ਪੈ ਕੇ, ਲੋਭ ਵਿੱਚ ਪੈ ਕੇ ਇਹ ਭੁੱਲਦਾ ਹੈ। ਇੱਥੇ ਇੱਕ ਬੇਨਤੀ ਹੈ, ਜਦ ਅੰਦਰ ਪਿਆਰ ਆ ਜਾਏਗਾ ਨਾ ਮੋਹ ਦੀ ਜਗ੍ਹਾ, ਫਿਰ ਇਹ ਜ਼ਿੰਮੇਵਾਰੀਆਂ ਹੋਰ ਵੱਧ ਨਿਭਾਉਂਦਾ ਹੈ। ਪਰ ਅੰਦਰੋਂ ਅੰਦਰ ਲੇਪ ਹੁੰਦਾ ਹੈ। ਜਿੱਥੇ ਪਹਿਲਾਂ ਲੋਭ ਲਾਲਚ ਸੀ, ਮਾਂ ਪਿਓ ਦੀ ਸੇਵਾ ਕਰਾਂਗਾ, ਮੈਨੂੰ ਆਹ ਦੇਗਾ ਆਹ ਦੇਗਾ, ਉੱਥੇ ਇਹ ਗੱਲਾਂ ਨਿਕਲ ਜਾਣਗੀਆਂ ਕਿ ਫਰਜ਼ ਹੋਏਗਾ, ਪਰਿਵਾਰ ਦਾ ਫਰਜ਼ ਨਿਭਾਏਗਾ। ਫਿਰ ਸੰਗਤਾਂ ਦਾ ਸੇਵਾਦਾਰ ਬਣ ਜਾਏਗਾ, ਗੁਰੂ ਘਰ ਦਾ ਨਿਮਾਣਾ ਸੇਵਾਦਾਰ ਬਣ ਜਾਏਗਾ। ਉੱਥੇ ਇੱਕ ਜੀਵਨ ਇੱਕ ਹੋਰ ਹੋ ਜਾਏਗਾ। ਇੱਥੋਂ ਤੱਕ ਹੈ ਕਿ ਕਿਸੇ ਨੂੰ ਪਿਆਸੇ ਨੂੰ ਪਾਣੀ ਪਿਆਉਂਦਾ, ਇਹਨੂੰ ਸ਼ਾਂਤੀ ਮਿਲੇਗੀ। ਕਿਸੇ ਦਰਖਤ ਬਿਰਛ ਨੂੰ ਵੀ ਪਾਣੀ ਪਾਉਂਦਾ, ਇਹਦੇ ਮਨ ਨੂੰ ਠੰਡ ਪਏਗੀ। ਕਹਿਣ ਦੀ ਲੋੜ ਨਹੀਂ ਪਏਗੀ, ਆਪਣੇ ਆਪ ਹੀ ਪਿਆਰਿਓ। ਦੂਸਰੇ ਦੇ ਜ਼ਖਮ ਤੇ ਪੱਟੀਆਂ ਬੰਨ੍ਹਦਾ, ਆਰਾਮ ਇਸ ਨੂੰ ਮਿਲੇਗਾ। ਮਨ ਮੇਰੇ ਜਨ ਆਪਣਾ ਭਰਮ ਗਵਾਤਾ, ਤਿਸ ਕੈ ਭਾਣਾ ਕੋਈ ਨਾ ਭੂਲਾ, ਜਨ ਸਗਲੋ ਬ੍ਰਹਮ ਪਛਾਤਾ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਉਹ ਸ਼ੈ, ਕੋਈ ਵੀ ਚੀਜ਼ ਜਿਹੜੀ ਵਾਹਿਗੁਰੂ ਨਾਲ ਇਹਨੂੰ ਤੋੜਦੀ ਦਾ ਚਿੱਤ ਹਟਾਉਂਦੀ ਹੈ, ਤੇ ਮੇਰੇ ਸਾਹਿਬ ਕਹਿੰਦੇ ਨੇ ਕਿ ਪਿਆਰਿਓ ਉਹਦਾ ਤਿਆਗ ਕਰੋ, ਉਹਦੇ ਵੱਲ ਚਿੱਤ ਹਟਾ ਲਓ, ਭਾਵ ਉਹਦੇ ਨਾਲ ਮਨ ਨਾ ਜੋੜੋ। ਤੇ ਤੁਹਾਡੇ ਅੰਦਰ ਇਤਨਾ ਸਨੇਹ ਹੋਵੇ, ਇੰਨਾ ਪਿਆਰ ਹੋਵੇ ਕਿ ਹੋਰ ਸਭ ਕੁਝ ਹੀ ਭੁੱਲ ਜਾਵੇ। ਆ ਜਦੋਂ ਸਿਮਰਨ ਕਰਨ ਬੈਠਦੇ, ਜਿਵੇਂ ਸਮੁੰਦਰ ਵਿੱਚ ਚੁੱਭੀ ਲਾਈ ਦੀ ਹੈ ਪਿਆਰੇ, ਦੇਖੋ ਐਸੇ ਬਚਨ ਸਾਹਿਬ ਦੇ ਆਉਂਦੇ ਆ। ਇੱਕ ਵਾਰ ਗੁਰਸਿੱਖਾਂ ਨੇ ਕਿਹਾ, ਸੱਚੇ ਪਾਤਸ਼ਾਹ ਹੋਰ ਜੋ ਗੁਰੂ ਸੰਤਾਨ ਹੈ, ਜਿਵੇਂ ਕਿ 9ਵੇਂ ਪਾਤਸ਼ਾਹ ਤੋਂ ਪਹਿਲਾਂ ਦਾ ਇਤਿਹਾਸ, ਉਸ ਵੇਲੇ ਦਾ ਇਤਿਹਾਸ ਆਪ ਜੀ ਨੇ ਸਰਵਣ ਕੀਤਾ ਕਿ ਧੀਰਮਲ ਨੇ ਸ਼ੀਹਾਂ ਮਸੰਦ ਨੂੰ ਬੰਦੇ ਦੇ ਕੇ 9ਵੇਂ ਸਤਿਗੁਰ ਦੇ ਉੱਤੇ ਹਮਲਾ ਕਰਾਇਆ ਸੀ। ਸਮਾਨ ਬਹੁਤ ਸਾਰਾ ਲੈ ਕੇ ਗੋਲੀ ਚਲਾਈ, ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਮੱਥੇ ਨੂੰ ਖਹਿ ਕੇ ਗਈ, ਉੱਪਰਲਾ ਮਾਸ ਉਤਰ ਗਿਆ ਸੀ, ਖੂਨ ਚੱਲਿਆ ਸੀ। ਭਾਈ ਮੱਖਣ ਸ਼ਾਹ ਲਬਾਣਾ ਨੂੰ ਪਤਾ ਲੱਗਾ, ਉਹਨੇ ਆਪਣੇ ਸਾਥੀ ਲੈ ਕੇ ਧੀਰਮਲ ਦੇ ਡੇਰੇ ਤੇ ਫਿਰ ਅਟੈਕ ਕੀਤਾ, ਫਿਰ ਔਰ ਸਾਰਾ ਸਮਾਨ ਵੀ ਲੈ ਆਂਦਾ, ਔਰ ਜੋ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਨ ਉਸ ਵੇਲੇ, ਪੋਥਾ ਸਾਹਿਬ ਜਾਂ ਬੀੜ ਕਹਿੰਦੇ ਸਨ, ਉਹ ਵੀ ਲੈ ਆਂਦੇ।
ਤੇ ਧੀਰਮਲ ਨੂੰ ਬੰਨ ਕੇ ਸੱਚੇ ਪਾਤਸ਼ਾਹ ਦੇ ਅੱਗੇ ਲਿਆ ਕੇ ਰੱਖ ਦਿੱਤਾ ਸੀ। ਉਹਨੂੰ ਨੂੜ ਕੇ ਨਾ ਹੱਥ ਪੈਰ ਵੀ ਸੱਚੇ ਪਾਤਸ਼ਾਹ ਹੁਕਮ ਕਰੋ, ਇਹਨੇ ਕੀਤਾ। ਦਿਆਲ ਸਤਿਗੁਰੂ ਬਖਸ਼ਿੰਦ ਸਤਿਗੁਰੂ ਭਲੋ ਧੀਰਮਲ ਕਹਿ ਕੇ ਉਹਨੂੰ ਛੱਡ ਦਿੱਤਾ। ਦੇਖੋ ਐਸੇ ਸਤਿਗੁਰੂ ਸੱਚੇ ਪਾਤਸ਼ਾਹ। ਤੇ ਐਸਾ ਵੀ ਇਤਿਹਾਸ ਵਿੱਚ ਆਉਂਦਾ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਹੀ ਆਪ ਜੀ ਦੇ ਮਾਤਾ ਜੀ ਬਾਬੇ ਬਕਾਲੇ ਧੰਨ ਮਾਤਾ ਨਾਨਕੀ ਜੀ ਤੇ ਨੌਵੇਂ ਪਾਤਸ਼ਾਹ ਦੇ ਮਹਿਲ ਮਾਤਾ ਗੁਜਰ ਕੌਰ ਜੀ ਵੀ ਸਨ। ਤੇ ਮਾਤਾ ਨਾਨਕੀ ਜੀ ਨੇ ਧੀਰਮਲ ਨੂੰ ਕਿਹਾ ਸੀ, ਉਹ ਧੀਰਮਲ ਆ ਜਿਹੜੇ ਤੂੰ ਕੰਮ ਕਰ ਰਿਹਾ ਨਾ, ਜ਼ਹਿਰ ਇਕੱਠਾ ਖਾ ਰਿਹਾ, ਇਹੀ ਖਾ ਖਾ ਕੇ ਮਰੇਗਾ ਤੂੰ। ਉਸੇ ਤਰ੍ਹਾਂ ਹੀ ਹੋਇਆ। ਸਿੱਖਾਂ ਨੇ ਕਿਹਾ ਸੱਚੇ ਪਾਤਸ਼ਾਹ, ਜਦ ਅਸੀਂ ਦੇਖਨੇ ਆ ਵੀ ਗੁਰੂ ਸੰਤਾਨ ਭੇਟਾ ਲਈ ਬੜੇ ਬੜੇ ਉਪਰਾਲੇ ਕਰਦੀਆਂ ਵੀ ਸਾਨੂੰ ਭੇਟਾ ਮਿਲੇ, ਅਸੀਂ ਗੁਰੂਆਂ ਸਮੰਸ ਚਵਾਂ, ਅਸੀਂ ਗੁਰੂਆਂ ਸਮੰਸ ਚਵਾਂ। ਤੇ ਆਪ ਜੀ ਨੇ ਤੇ ਕਦੀ ਵੀ ਐਸਾ ਕੀਤਾ ਹੀ ਨਹੀਂ, ਕਦੀ ਖਿਆਲ ਵੀ ਨਹੀਂ ਕਰਦੇ। ਕਿਸੇ ਨੂੰ ਕੀ ਕਹਿਣਾ, ਫੁਰਨਾ ਹੀ ਨਹੀਂ ਆਪਦੇ ਦੇ ਅੰਦਰ। ਤੇ ਮੇਰੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਮੁਸਕਰਾਏ ਨੇ। ਕੀ ਕਿਹਾ? ਕਹਿਣਗੇ ਪਿਆਰਿਓ, ਉਹ ਪਰਮੇਸ਼ਰ ਵਾਹਿਗੁਰੂ ਹੁਣ ਇਹ ਸਾਡੇ ਵਾਸਤੇ ਬਚਨ ਕਰ ਰਹੇ, ਸਾਰਿਆਂ ਵਾਸਤੇ, ਸਾਰੇ ਸੰਸਾਰ ਵਾਸਤੇ। ਕਹਿੰਦੇ ਪਿਆਰਿਓ, ਉਹ ਪਰਮੇਸ਼ਰ ਵਾਹਿਗੁਰੂ ਗਰੀਬ ਨਵਾਜ ਹੈ। ਤੇ ਆਪਾਂ ਗਰੀਬ ਹੋਵਾਂਗੇ ਤੇ ਫਿਰ ਤਾਂ ਹੀ ਨਵਾਜਣਗੇ ਨਾ। ਦੇਖੋ ਅਸੀਂ ਗਰੀਬ ਹੋਵਾਂਗੇ ਤੇ ਤਾਂ ਹੀ ਨਵਾਜਣਗੇ। ਹੁਣ ਕਿਸ ਤਰ੍ਹਾਂ ਦੀ ਗਰੀਬੀ? ਇੱਕ ਤੇ ਕਿਸੇ ਪ੍ਰਕਾਰ ਦਾ ਬਾਅਦ ਦੇ ਧਨ ਪਦਾਰਥ ਇਕੱਠੇ ਕਰਨ ਦਾ ਖਿਆਲ ਨਹੀਂ। ਜੋ ਆਉਂਦਾ ਸੀ ਵੰਡੀ ਜਾਂਦੇ ਸਨ, ਜੋ ਆਉਂਦਾ ਸੀ ਨਾਲ ਦੇ ਨਾਲ ਵੰਡਦੇ ਸਨ। ਦੂਸਰੀ ਹੈ ਗਰੀਬੀ ਅੰਦਰਲੀ, ਉਹਨੂੰ ਕਹਿੰਦੇ ਨਿਮਰਤਾ। ਰੱਖ ਗਰੀਬੀ ਵੇਸ਼ ਦਾ ਬਚਨ ਆਉਂਦਾ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚ। ਗਰੀਬੀ ਗਦਾ ਹਮਾਰੀ। ਦੇਖੋ ਔਰੰਗਜ਼ੇਬ ਬਾਦਸ਼ਾਹ ਦਾ ਜਨਮ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨਾਲੋਂ 2.5 ਸਾਲ ਪਹਿਲਾਂ ਹੋਇਆ। ਕੱਲ ਮੈਂ ਪੜ੍ਹ ਰਿਹਾ ਸੀ ਇਤਿਹਾਸ ਕਿ 1618 ਨਵੰਬਰ ਦੇ ਵਿੱਚ ਔਰੰਗਜ਼ੇਬ ਦਾ ਜਨਮ ਹੋਇਆ। 2.5 ਸਾਲ ਬਾਅਦ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਪ੍ਰਕਾਸ਼ ਹੋਇਆ। ਹੁਣ ਉਹ ਔਰੰਗਜ਼ੇਬ ਕੋਲ ਤਲਵਾਰ ਸੀ, ਜ਼ੋਰ ਜ਼ਬਰ ਸੀ। इधर सत संतोख है, इधर शांति है, निम्रता है। प्यारे हो गरीबी कदा हमारे। धन गुरु तेग बहादुर महाराज कहते भाई वो गरीब नवाज तां ही आपां नूं नवाजणगे। फिर साहब दे बचन आपां ये पढ़ने आ सुनने कि गुरु नानक साहब के घर विच कथनी प्रधान नहीं करनी प्रधान। जिन्ने गुरु घर दे गुरु के प्यारे होर बड़े बड़े महापुरुष प्यारे हो, कमाई वाले महापुरुष, उनका जीवन प्रचार, जीवन ही प्रचार इसे करके जो महापुरुष क्या करते, जीवन ही प्रचार है कि वो कथनी दे नाल करनी दे मालक। एक गुरु घर की वडियाई है। एक माता आ गई, महाराज जी आ मेरा पुत्र ना गुड़ बड़ा खांदा है। आम बच्चे गुड़ खांदे है, फोड़े निकलते है, बच्चों के सुभाव होंदे है। बेनती की ये गुड़ बड़ा खांदा है, गुड़ नहीं छड्डदा। धन गुरु तेग बहादुर महाराज कहंदे माता एक हफ्ते बाद लिया। एक हफ्ते बाद जिसले वो माँ अपने पुत्र नूं लियाई, बच्चे नूं लियाई ते साहब कहंदे भाई गुड़ नहीं खाना, अज तो गुड़ ना खाया कर। माँ कहन लगी महाराज मैं इन्ना चल के आई, फिर गई, अज फिर आई। इन्नी गल उदण ही कह देंदे। देखो अज भी तो यही कह भी गुड़ ना खा, ज़्यादा गुड़ खाना ठीक नहीं। तो ये उदण ही कह देंदे। ते हस के गुरु तेग बहादुर महाराज कहंदे माता उस दिन मैं आप खांदा सी, मैं किवें कह दिंदा। कहंदे जिस दिन दा मैं तैनूं कहा ना भी इहनूं फेल नहीं, उस दिन दा मैं गुड़ नहीं खाता, मैं आप पहला गुड़ छड्ड दिता। देखो
ਛੋਟੇ ਜਿਹੇ ਬਚਨ ਵਿੱਚ ਕਿੰਨੀ ਸਿੱਖਿਆ ਹੈ ਵੀ ਕਿਸੇ ਨੂੰ ਕਹਿਣ ਤੋਂ ਪਹਿਲਾਂ ਉਹ ਬਚਨ ਆਪਣੇ ਤੇ ਘਟਾਓ ਪਿਆਰਿਓ। ਜੇ ਕਿਸੇ ਨੂੰ ਆਪਾਂ ਪੁੱਛਨੇ ਆ ਵੀ ਕਿੰਨਾ ਨਿਤਨੇਮ ਕਰਦੇ, ਪਹਿਲਾਂ ਆਪਣਾ ਸੋਚੋ ਆਪਾਂ ਕਿੰਨਾ ਕਰਨੇ ਆ। ਜੇ ਕਿਸੇ ਨੂੰ ਆਪਾਂ ਕਹਿੰਦੇ ਇਹਨਾਂ ਭਜਨ ਕਰਨਾ ਚਾਹੀਦਾ ਤਾਂ ਆਪਣੇ ਵੱਲ ਝਾਤੀ ਮਾਰੋ। ਉਠਤ ਬੈਠ ਸੋਤ ਨਾਮ ਕਹੋ ਨਾਨਕ ਜਨ ਕੈ ਸਦਕਾਮ। ਸੋ ਸਾਹਿਬ ਇਸ ਤਰ੍ਹਾਂ ਸਾਧ ਸੰਗਤ ਦੀ ਕਿਰਪਾ ਕਰਦੇ ਆ। ਆਪ ਜੀ ਨੇ ਜਿਸ ਵੇਲੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਵਿਸਾਈ ਹੈ ਤੇ ਪਿਆਰਿਓ ਇੱਥੋਂ ਪ੍ਰਚਾਰ ਫੇਰੀ ਸ਼ੁਰੂ ਕੀਤੀ ਸੀ ਮੇਰੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ। ਗੁਰੂ ਨਾਨਕ ਸਾਹਿਬ ਦੇ ਸਰੂਪ ਵਿੱਚ ਸਾਰੀ ਧਰਤੀ ਤੇ ਚੱਕਰ ਲਾਇਆ। ਅੱਜ ਖੋਜ ਹੋ ਰਹੀ ਹੈ ਕੁਝ ਐਸੇ ਦੇਸ਼ ਜਿਨ੍ਹਾਂ ਵਿੱਚ ਪਹਿਲਾਂ ਖਿਆਲ ਸੀ ਵੀ ਸ਼ਾਇਦ ਉੱਥੇ ਗੁਰੂ ਨਾਨਕ ਸਾਹਿਬ ਨਹੀਂ ਗਏ, ਪਰ ਜਿਉਂ-ਜਿਉਂ ਖੋਜ ਹੁੰਦੀ ਹੈ ਤਿਉਂ-ਤਿਉਂ ਕਿ ਗੁਰੂ ਨਾਨਕ ਸਾਹਿਬ ਜੀ ਨੇ ਇਸ ਧਰਤੀ ਤੋਂ ਪਵਿੱਤਰ ਕੀਤਾ, ਇੱਥੇ ਵੀ ਗਏ, ਇੱਥੇ ਵੀ ਗਏ, 9 ਖੰਡ ਪ੍ਰਿਥਵੀ ਦਾ ਚੱਕਰ ਲਾਇਆ, ਸੰਸਾਰ ਨੂੰ ਇੱਕ ਪਰਮੇਸ਼ਰ ਵਾਹਿਗੁਰੂ ਨਾਲ ਜੋੜਿਆ। ਉਸ ਤੋਂ ਬਾਅਦ ਸਰੀਰ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ, ਗੁਰੂ ਨਾਨਕ ਸਾਹਿਬ ਤੋਂ ਬਾਅਦ ਦੂਸਰੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਹਨ ਜਿਨ੍ਹਾਂ ਦੀ ਪ੍ਰਚਾਰ ਫੇਰੀ ਸਰੀਰ ਕਰਕੇ ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੇ 9ਵੇਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਿੱਥੇ ਟਾਕਾ ਮੰਗਾਲ ਅਸਾਮ ਉੱਥੋਂ ਤੱਕ ਗਏ ਨੇ। ਔਰ ਆਪ ਜੀ ਜਿਸ ਵੇਲੇ ਜਾ ਰਹੇ ਨੇ ਜੋ ਧਨ ਆਉਂਦਾ ਬਸਤਰ ਆਉਂਦੇ ਨੇ, ਵਸਤੂ ਆਉਂਦੀ ਹੈ, ਨਾਲ ਦੇ ਨਾਲ ਵੰਡੀ ਜਾਂਦੇ ਆ, ਜਗ੍ਹਾ ਜਗ੍ਹਾ ਉਪਦੇਸ਼ ਦਿੰਦੇ ਆ, ਕਿਤੇ ਖੂਹ ਲਵਾ ਰਹੇ ਹੈ, ਕਿਤੇ ਅਨਾਜ ਬਸਤਰ ਗਰੀਬਾਂ ਨੂੰ ਵੰਡ ਰਹੇ ਹੈ। ਇਤਿਹਾਸਕਾਰ ਇਹ ਵੀ ਲਿਖਦੇ ਆ ਕਿ ਭਾਵੇਂ ਉਸ ਵੇਲੇ ਜੰਗਲ ਹਿੰਦੁਸਤਾਨ ਵਿੱਚ ਬਹੁਤ ਸਨ ਪਰ ਸੱਚੇ ਪਾਤਸ਼ਾਹ ਨੇ ਉਸ ਵੇਲੇ ਬਿਰਛ ਲਵਾਏ। ਅੱਜ ਤੇ ਕੱਟਣ ਤੇ ਜ਼ੋਰ ਪਿਆ ਸਾਡੇ ਦੇਸ਼ ਦਾ, ਉਸ ਵੇਲੇ ਵੀ ਬਿਰਛ ਲਵਾਏ ਗੁਰੂ ਮਹਾਰਾਜ ਜੀ ਨੇ। ਔਰ ਇੱਕ ਜਗ੍ਹਾ ਆਪ ਜੀ ਪਹੁੰਚੇ ਕੈਂਥਲ, ਤੇ ਉੱਥੇ ਮਹਾਰਾਜ ਜੀ ਨੇ ਦੇਖਿਆ ਕਿ ਜਗਤ ਜੂਠ ਜਿਹਨੂੰ ਤੰਬਾਕੂ ਕਹਿੰਦੇ ਉਹਦੀ ਲੋਕ ਵਰਤੋਂ ਕਰਦੇ ਆ। ਗੁਰੂ ਮਹਾਰਾਜ ਨੇ ਉਹਨਾਂ ਨੂੰ ਬਿਠਾ ਕੇ ਬਚਨ ਕੀਤਾ। ਮਹਾਰਾਜ ਕਹਿੰਦੇ ਦੇਖੋ ਆ ਬਚਨ ਯਾਦ ਕਰੋ, ਇਹਨੂੰ ਹੱਥ ਵੀ ਨਹੀਂ ਲਾਉਣਾ, ਦੇਖੋ ਇਹਦੀ ਖੇਤੀ ਵੀ ਨਹੀਂ ਕਰਨੀ, ਉਗਾਉਣਾ ਵੀ ਨਹੀਂ, ਤੇ ਇਹਨੂੰ ਪੀਣਾ ਵੀ ਨਹੀਂ। ਮਹਾਰਾਜ ਕਹਿੰਦੇ ਗੰਦਾ ਧੂਮ ਸੰਗ ਤੇ ਤਿਆਗੋ, ਬੰਸ ਤੇ ਤਿਆਗੋ, ਗੰਦਾ ਧੂਮ ਬੰਸ ਤੇ ਤਿਆਗੋ, ਅਤ ਗਲਾਨ ਇਸ ਤੇ ਧਰ ਭਾਗੋ। ਕੇਵਲ ਆਪ ਹੀ ਨਹੀਂ ਕੁਲਾਂ ਤੱਕ ਤਿਆਗ। ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਤੇ ਬਹੁਤ ਹੀ ਕਿਰਪਾ ਕੀਤੀ ਹੈ ਪਿਆਰਿਓ। ਜਿੱਥੇ ਹੋਰ ਨਾਮ ਦੀ ਬਖਸ਼ਿਸ਼ ਕੀਤੀ ਹੈ, ਬਾਣੀ ਦੀ ਬਖਸ਼ਿਸ਼ ਕੀਤੀ ਹੈ, ਰਹਿਤ ਬਖਸ਼ੀ ਹੈ, ਉੱਥੇ ਜਿਹੜੀਆਂ ਕਰਹਿਤਾਂ ਹਨ ਉਹਦੇ ਵਿੱਚ ਪਿਆਰਿਓ ਇਹ ਸਾਰੇ ਜਿਹੜੇ ਨਸ਼ੇ ਨੇ ਨਾ, ਇਹਨਾਂ ਤੋਂ ਮੇਰੇ ਸਤਿਗੁਰ ਨੇ ਆਪਣੇ ਸਿੱਖਾਂ ਨੂੰ ਬਚਾਇਆ। ਕਿਸੇ ਪ੍ਰਕਾਰ ਦਾ ਨਸ਼ਾ ਨਹੀਂ। ਔਰ ਇਹ ਜਿਹੜੀ ਜਗਤ ਜੂਠ ਹੈ ਇਹ ਤੇ ਬਹੁਤ ਮਾੜੀ ਹੈ। ਮਹਾਰਾਜ ਨੇ ਕਿਹਾ ਸੀ ਕਿ ਜੇ ਤੁਸੀਂ ਇਹਦਾ ਤਿਆਗ ਕਰ ਦੋਗੇ ਤੁਹਾਡੇ ਘਰ ਬਰਕਤਾਂ ਰਹਿਣਗੀਆਂ, ਕਿਸੇ ਚੀਜ਼ ਦੀ ਘਾਟ ਨਹੀਂ ਰਹੀ। ਜਿੰਨਾ ਚਿਰ ਉਹਨਾਂ ਪਰਿਵਾਰਾਂ ਦੇ ਵਿੱਚ ਉਹਨਾਂ ਦੀ ਅੰਸ਼ ਵਿੱਚ ਇਸ ਜਗਤ ਜੂਠ ਨੂੰ ਨਹੀਂ ਵਾੜੇਗਾ, ਗੁਰੂ ਬਚਨਾਂ ਦੀ ਕਮਾਈ ਕੀਤੀ, ਕਿਸੇ ਚੀਜ਼ ਦਾ ਘਾਟਾ ਨਹੀਂ ਪਿਆ। ਤੇ ਜਦੋਂ ਉਹਨਾਂ ਪਰਿਵਾਰਾਂ ਵਿੱਚ ਇਹ ਚੀਜ਼ ਆ ਗਈ ਤੇ ਸਾਰੀਆਂ ਬਰਕਤਾਂ ਜਿਹੜੀਆਂ ਸੀ ਉਹ ਉੱਡ ਗਈਆਂ। ਇਹ ਵੀ ਬਚਨ ਹੁੰਦਾ ਹੈ ਕਿ ਸਾਹਿਬ ਜਿੱਥੇ ਹੋਰ ਸੰਸਾਰ ਨੂੰ ਉਤਾਰਦੇ ਜਾ ਰਹੇ ਨੇ, ਪਟਨਾ ਸਾਹਿਬ ਨੂੰ, ਇੱਕ ਨਦੀ ਹੈ ਉਹਦਾ ਨਾਂ ਹੈ ਕਰਮਨਾਸ਼। ਦੇਖੋ ਆ ਜਿਵੇਂ ਹੜੰਬਾ ਦੀ ਧਰਤੀ ਨੂੰ ਮੰਨਿਆ ਗਿਆ ਵੀ ਇਹਨੂੰ ਸ਼ਰਾਪ ਹੋਇਆ ਜੀ ਵੀ ਜਿਹੜਾ ਇੱਥੇ ਮਰਦਾ ਨਾ ਉਹ ਨਰਕਾਂ ਨੂੰ ਦੋਜ਼ਖਾਂ ਨੂੰ ਜਾਂਦਾ। ਭਗਤ ਕਬੀਰ ਜੀ ਨੇ ਸਰੀਰ ਹੀ ਉੱਥੇ ਜਾ ਕੇ ਛੱਡਿਆ। ਦੇਖੋ ਕਹਿੰਦੇ ਲਓ ਫਿਰ ਉਹ ਭਾਈ ਗੱਲ ਧਰਤੀ ਦੀ ਨਹੀਂ,
ਜਿਹਾ ਬੀਜੈ ਸੋਲਣਾ ਕਰਮਾ ਸੰਧੜਾ ਖੇਤ, ਆਪੇ ਬੀਜ ਆਪੇ ਹੀ ਖਾ। ਜਿਹੋ ਜਿਹੇ ਕਰਮ ਬੀਜੇਗਾ ਉਹੋ ਜਿਹਾ ਫਲ ਪਾਏਗਾ ਪਿਆਰਿਓ। ਹੁਣ ਇਹ ਜਿਹੜੀ ਨਦੀ ਸੀ, ਲੋਕ ਡਰਦੇ ਸੀ ਵੀ ਜਿਹੜਾ ਇਹਦੇ 'ਚ ਨਹਾ ਲਵੇ, ਇਸ਼ਨਾਨ ਕਰ ਲਵੇ, ਉਹਦੇ ਚੰਗੇ ਕਰਮ ਨਾਸ਼ ਹੋ ਜਾਂਦੇ ਆ, ਖਤਮ ਹੋ ਜਾਂਦੇ ਆ, ਇਹ 'ਚ ਵੜਿਓ ਨਾ। ਦੇਖੋ ਤੇ ਉਹਦਾ ਨਾਂ ਹੀ ਜਿਹੜਾ ਸੀ ਕਰਮਨਾਸ਼। ਮੇਰੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਇਹਦੇ ਵਿੱਚ ਇਸ਼ਨਾਨ ਕਰਨ ਨਾਲ ਕਰਮਨਾਸ਼ ਕਿਵੇਂ ਹੋਣਗੇ ਭਾਈ? ਮਹਾਰਾਜ ਕਹਿੰਦੇ ਆਓ ਕਰੋ ਸਾਰੇ ਇਸ਼ਨਾਨ। ਕਹਿੰਦੇ ਜਿਹੜੀ ਕਰਮ ਨਾਸ਼ ਸੀ ਨਾ, ਹੁਣ ਕਰਮਾਂ ਵਾਲੀ ਹੋ ਗਈ ਜੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਰਮ ਨਾਸ਼ ਨਦੀ ਨੂੰ ਕਰਮਾਂ ਵਾਲੀ ਬਣਾ ਦਿੱਤਾ ਪਿਆਰਿਓ। ਐਸੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਭਾਈ ਤੁਹਾਡਾ ਜਿਹੜਾ ਜਨਮ ਹੈ ਨਾ ਉਹ ਬਿਰਥਾ ਨਾ ਜਾਵੇ। ਜੇ ਤੁਸੀਂ ਉਸ ਮਾਲ ਦੇ ਗੁਣ ਨਹੀਂ ਗਾਉਂਦੇ, ਸੇਵਾ ਸਿਮਰਨ ਨਹੀਂ ਕਰਦੇ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀ। ਭਾਈ ਤੁਹਾਡਾ ਜਨਮ ਅਕਾਰਥ ਬਿਰਥਾ ਜਾਏਗਾ। ਤਾਂ ਹੀ ਤਾਂ ਮਾਰੇ ਕਹਿੰਦੇ ਗੁਰੂ ਤੇਗ ਬਹਾਦਰ ਮਾਰੇ, ਚੇਤਨਾ ਹੈ ਉਤੇ ਚੇਤਨਾ ਹੈ ਤੂੰ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਦ ਬਿਹਾਤ ਹੈ ਫੂਟਾ ਘੜ ਜਿਉ ਪਾਣੀ, ਹਰ ਗੁਣ ਕਾਹੇ ਨਾ ਗਾਵ ਹੈ ਮੂਰਖ ਅਗਿਆਨਾ, ਝੂਠੈ ਲਾਚ ਲਾਗ ਕੈ ਨੈ ਮਰਨ ਪਛਾਨਾ, ਅਜੂ ਕਛ ਬਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੇ, ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੇ। ਉਹਦਾ ਭਜਨ ਕਰ, ਉਹਦਾ ਸਿਮਰਨ ਕਰ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰ ਗਨਕਾ ਸਿਉਦਰੀ ਤਾਂ ਕੋ ਜਾਸੁਰ ਧਾਰੋ, ਅਟਲ ਭਿਓ ਤੁਰ ਜਾ ਕੈ ਸਿਮਰਨ ਆ ਨਿਰਭੈ ਪਦ ਪਾਇਆ, ਦੁਖ ਹਰਤਾ ਬਿਦ ਕੋ ਸੁਆਮੀ ਤੈ ਕਾਹੇ ਬਿਸਰਾਇਆ, ਜਬ ਹੀ ਸ਼ਰਨ ਗਹੀ ਕਿਰਪਾ ਨਿਦ ਗਜ ਗ੍ਰਹ ਤੇ ਛੂਟਾ, ਮਹਿਮਾ ਨਾਮ ਕਹਾ ਲੋ ਬਰਨੋ, ਰਾਮ ਕਹਿਤ ਬੰਧਨ ਤੇ ਟੂਟਾ, ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈ ਵੀ ਉਤਰਸ ਪਾਰਾ। ਸੋ ਮੇਰੇ ਸਾਹਿਬ ਕਹਿੰਦੇ ਪਿਆਰਿਓ ਉਹਦਾ ਸਿਮਰਨ ਕਰੋ, ਜਨਮ ਨੂੰ ਅਕਾਰਥ ਨਾ ਗਾਓ। ਕਿਸ ਤਰ੍ਹਾਂ ਦਾ ਤੁਹਾਡਾ ਜੀਵਨ ਹੋਏ, ਕਹੋ ਨਾਨਕ ਹਰ ਭਜ ਬਨਾ, ਜਿਹੇ ਵਿਦ ਜਲ ਕੋ ਮੀਨ। ਜਿਵੇਂ ਮੱਛੀ ਦੇ ਅੰਦਰ ਸੱਚੀ ਪ੍ਰੀਤ ਹੈ ਨਾ ਸਨੇਹ, ਭਈ ਐਸੀ ਖਿੱਚ ਐਸੀ ਪ੍ਰੀਤ ਤੁਹਾਡੇ ਸਵਾਸ ਦੇ ਵਿੱਚ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ। ਫਿਰ ਤੁਹਾਨੂੰ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ, ਧੂਣੀਆਂ ਧੋਣ ਦੀ ਲੋੜ ਨਹੀਂ, ਇਸ ਸੰਸਾਰ ਨੂੰ ਦੁੱਖਾਂ ਦਾ ਘਾਟ ਸਮਝ ਕੇ ਕਿਨਾਰਾ ਕਰਨ ਦੀ ਲੋੜ ਨਹੀਂ। ਗੁਰੂ ਮਹਾਰਾਜ ਨੇ ਕਰਮ ਜੋਗੀ ਬਣਾਇਆ। ਤਾਂ ਹੀ ਤੇ ਸਾਹਿਬ ਕਹਿੰਦੇ ਕਾਹੇ ਰੇ ਬਨ ਖੋਜਣ ਜਾਈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਬਚਨ ਆਉਂਦਾ, ਕਹਿੰਦੇ ਕਿੱਧਰ ਜਾ ਰਹੇ ਹੋ, ਜਿਹਦੀ ਖੋਜ ਕਰਨੀ ਇੱਥੇ ਹੈ ਨਹੀਂ। ਤੁਸੀਂ ਰੱਬ ਲੱਭਣ ਤੁਰ ਪਏ, ਅੱਡ ਅੱਡ ਟਿਕਾਣੇ ਰੱਬ ਦੇ ਲੋਕਾਂ ਨੇ ਬਣਾ ਦਿੱਤੇ। ਕਿਸੇ ਨੇ ਕਿਹਾ ਕਿ ਉਹਦਾ ਨਿਵਾਸ ਲਹਿੰਦੇ ਵਾਲਾ, ਕਿਸੇ ਨੇ ਕਿਹਾ ਖੀਸ ਸਮੁੰਦਰ ਵਿੱਚ ਹੈ, ਕਿਸੇ ਨੇ ਕਿਹਾ ਸਤਵੇਂ ਸਮਾਨ ਤੇ ਹੈ, ਕਿਸੇ ਨੇ ਕਿਹਾ ਫਲਾਣੇ ਤੀਰਥ ਤੇ ਹੈ, ਫਲਾਣੇ ਦਰਿਆ ਤੇ ਹੈ, ਕਿਸੇ ਨੇ ਕਿਹਾ ਪਹਾੜਾਂ ਵਿੱਚ ਹੈ, ਕਿਸੇ ਨੇ ਕਿਹਾ ਬਨਾ ਜੰਗਲਾਂ ਵਿੱਚ ਹੈ। ਬਾਬਾ ਫਰੀਦ ਜੀ ਵੀ ਬੜੀ ਕਠਿਨ ਤਪੱਸਿਆ ਕੀਤੀ ਸੀ ਜੰਗਲਾਂ ਵਿੱਚ ਜਾ ਕੇ, ਪਰ ਪਿਆਰਿਓ ਪ੍ਰਾਪਤੀ ਨਹੀਂ ਸੀ ਹੋਈ। ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡੇ ਕਾਗ ਅਜੈ ਸਰਬ ਨਾ ਬਹੁੜਿਆ, ਦੇਖ ਬੰਦੇ ਕੇ ਪਾ। ਜਦੋਂ ਗੁਰੂ ਵਾਲੇ ਬਣੇ ਪਿਆਰਿਓ ਤੇ ਉਸ ਮਾਲਕ ਦੀ ਬੰਦਗੀ ਕੀਤੀ, ਉਹੀ ਬਾਬਾ ਫਰੀਦ ਜੀ ਕਹਿੰਦੇ ਫਰੀਦਾ ਜੰਗਲ ਜੰਗਲ ਕਿਆ ਭਾਵੇਂ। ਹੁਣ ਕਈ ਕਹਿਣਗੇ ਆਪ ਤੇ ਗਏ ਜੀ ਜੰਗਲ, ਸਾਨੂੰ ਕਹਿੰਦੇ ਜਾਓ ਹੀ ਨਾ। ਇਹਦਾ ਮਤਲਬ ਕੀ ਹੈ? ਉਹਨਾਂ ਨੇ ਆਪਣੀ ਜ਼ਿੰਦਗੀ ਦਾ ਰਿਜ਼ਲਟ ਕੱਢ ਕੇ ਦੱਸ ਦਿੱਤਾ। ਕਹਿੰਦੇ ਮੈਂ ਬਥੇਰਾ ਫਿਰਿਆ, ਮੈਂ ਬਥੇਰੀ ਤਪੱਸਿਆ ਕੀਤੀ, ਬੜੇ ਕਠਿਨ ਜੋ ਸਾਧਨ ਕੀਤੇ, ਪਰ ਪ੍ਰਾਪਤੀ ਨਹੀਂ ਜੇ ਹੋਈ। ਉਹ ਪੂਰਾ ਗੁਰੂ ਕਿਰਪਾ ਕਰਦਾ, ਉਹਦੇ ਅੰਦਰ ਹੀ ਹੈ। ਫਰੀਦਾ ਜੰਗਲ ਜੰਗਲ ਕਿਆ ਭਾਵੇਂ, ਵਣ ਕੰਡਾ ਮੋੜੇ, ਵਸੀ ਰਵ ਹੈ ਲਿਆ ਜੰਗਲ ਕਿਆ ਢੂੰਡੇ। ਮੇਰੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੂੰ ਹੀ ਸੰਗ ਸਮਾਈ। ਉਹ ਵਾਹਿਗੁਰੂ ਸਰਵ ਵਿਆਪਕ ਹੈ ਤੇ ਨਿਰਲੇਪ ਹੈ, ਤੂੰ ਹੀ ਸੰਗ ਸਮਾਈ। ਹਰ ਥਾਂ ਸਮਾਇਆ ਹੋਇਆ ਹੈ ਪਿਆਰਿਓ, ਕੋਈ ਜਗ੍ਹਾ ਹੈ ਹੀ ਨਹੀਂ। ਜੇ ਕੋਈ ਕਹੇ ਰੱਬ ਕਿੱਥੇ ਰਹਿੰਦਾ ਤਾਂ ਉਹਦਾ ਉੱਤਰ ਹੈ ਰੱਬ ਕਿੱਥੇ ਨਹੀਂ ਰਹਿੰਦਾ। ਵੈਸੇ ਜਦੋਂ ਅਸੀਂ ਹੋਰ ਬਾਣੀ ਦੀ ਵਿਚਾਰ ਕਰਾਂਗੇ
ਤਾਂ ਪਿਆਰੇ ਆਪ ਹੀ ਵਾਹਿਗੁਰੂ ਇੱਕ ਤੋਂ ਅਨੇਕ ਰੂਪ ਧਾਰਨ ਕਰਕੇ ਆਪਣੀ ਖੇਡ ਕਰ ਰਿਹਾ। ਮਾਨ ਹੈ, ਨਿਧਾਨ ਹੈ, ਨੇਕ ਹੈ, ਫਿਰ ਏਕ ਹੈ। ਆਪੇ ਪੱਟੀ ਕਲਮਾ ਪੁਪੁਰ ਲੇਖ ਵੀ ਤੂੰ ਏਕੂ ਕਹੀਐ ਨਾਨਕਾ, ਦੂਜਾ ਕਾਹੇ ਕੋ। ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ। ਧਰਨ ਮਾਇ ਆਕਾਸ਼ ਪਇਆਲ, ਸਰਬ ਲੋਕ ਪੂਰਨ ਪ੍ਰਤਪਾਲ। ਬੰਤਨ ਪਰਬਤ ਹੈ ਭਾਵ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਪਉਣ ਪਾਣੀ ਬਰਸੰਤਰ ਮਾਹੇ, ਚਾਰ ਕੁਲ ਦਿਸੇ ਸਮਾਹੇ। ਤਿਸ ਤੇ ਪਿਰ ਨਹੀਂ ਕੋ ਠਾਉ, ਗੁਰ ਪ੍ਰਸਾਦ ਨਾਨਕ ਸੁਖ ਪਾਓ। ਕਿਵੇਂ ਰਹਿੰਦਾ ਮਾਰ ਕਹਿੰਦੇ ਪੂਬ ਮੱਧ ਜੋ ਬਾਸ ਬਸਤਾ, ਮੁਕਰ ਮਾਹੇ ਜੈਸੇ ਸ਼ਾਈ। ਤੈ ਸਿਰ ਬਸਿਆ ਨਿਰੰਤਰ ਘਾਟੀ ਖੋਜੋ ਪਾਈ। ਜਿਵੇਂ ਫੁੱਲ ਵਿੱਚ ਸੁਗੰਧੀ ਹੈ, ਸ਼ੀਸ਼ੇ ਵਿੱਚ ਪ੍ਰਤੀਬਿੰਬ ਹੈ, ਇਸ ਤਰ੍ਹਾਂ ਹੀ ਵਾਹਿਗੁਰੂ ਸਾਰੇ ਪਰਿਪੂਰਨ ਹੈ। ਬਾਹਰ ਭੀਤਰ ਏਕੋ ਜਾਨੋ। ਆਮ ਇਹ ਕਿਹਾ ਜਾਂਦਾ ਰੱਬ ਸਾਰਿਆਂ ਦੇ ਅੰਦਰ ਹੈ, ਪਰ ਪਿਆਰਿਓ ਕਹਿ ਕੇ ਫਿਰ ਆਪਾਂ ਮੰਨਦੇ ਹੀ ਨਹੀਂ। ਫਿਰ ਕਿਸੇ ਦਾ ਦਿਲ ਕਿਉਂ ਦਿਖਾਉਂਦੇ ਆ? ਜੇ ਰੱਬ ਸਾਰਿਆਂ ਦੇ ਅੰਦਰ ਹੈ ਫਿਰ ਉਹਦੀ ਨਿੰਦਿਆ ਕਿਉਂ ਕਰਨੀ ਆ? ਕਹਿਣਾ ਸੌਖਾ ਹੈ, ਪਰ ਪਿਆਰਿਓ ਇੱਕ ਹੈ ਬਾਹਰੋਂ ਕਹਿਣਾ, ਇੱਕ ਹੈ ਅੰਦਰੋਂ ਜੁੜ ਜਾਣਾ। ਅੰਦਰੋਂ ਬਾਹਰੋਂ ਕਹਿਣਾ ਤਾਂ ਆਮ ਹੀ ਹੈ, ਪਰ ਨਹੀਂ। ਵਾਹਿਗੁਰੂ ਦੇ ਪਿਆਰਿਆਂ ਨੇ ਨਾਮ ਦੀ ਕਮਾਈ ਕਰਕੇ ਪਿਆਰਿਓ ਔਰ ਉਹਦੇ ਵਿੱਚ ਭੇਦ ਹੋ ਕੇ ਪ੍ਰਭੂ ਜੀ ਬਸਿਆ ਸਾਧ ਕੀ ਰਸਨਾ। ਫਿਰ ਸਾਡੇ ਤੇ ਕਿਰਪਾ ਕੀਤੀ, ਸਾਨੂੰ ਸਮਝਾਇਆ ਬਾਹਰ ਭੀਤਰ ਏਕੋ ਜਾਨੋ, ਉਹ ਗੁਰ ਗਿਆਨ। ਇਹ ਗੁਰ ਗਿਆਨ ਬਤਾਈ। ਇਹ ਬਖਸ਼ਿਸ਼ ਆਪਣੇ ਆਪ ਨਹੀਂ ਹੁੰਦੀ ਪਿਆਰਿਓ, ਇਹ ਬਖਸ਼ਿਸ਼ ਗੁਰੂ ਦੇ ਹੱਥ ਹੈ। ਸਮਰੱਥ ਗੁਰੂ ਤੋਂ ਗਿਆਨ ਦੀ ਪ੍ਰਾਪਤੀ ਹੁੰਦੀ। ਗਿਆਨ ਨਾਲ ਹੀ ਇਹ ਜਨਮ ਮਰਨ ਤੋਂ ਸਦਾ ਵਾਸਤੇ ਮੁਕਤ ਹੁੰਦਾ ਹੈ। ਗਿਆਨ ਨਾਲ ਹੀ ਮਨ ਦਾ ਅੰਧਕਾਰ ਜਿਹੜਾ ਹੈ, ਭਾਵ ਅਗਿਆਨਤਾ ਦੂਰ ਹੁੰਦੀ ਹੈ। ਆ ਸਾਰੇ ਦੁੱਖ ਅਗਿਆਨਤਾ ਕਰਕੇ ਨੇ। ਜਦੋਂ ਗਿਆਨ ਦੂਰ ਹੋ ਗਿਆ, ਗਿਆਨ ਦਾ ਪ੍ਰਕਾਸ਼ ਹੋ ਗਿਆ, ਦੀਵਾ ਬਲੇ ਅੰਧੇਰਾ ਜਾਏ। ਬਾਹਰ ਭੀਤਰ ਏਕੋ ਜਾਨੋ, ਇਹ ਗੁਰੂ ਗਿਆਨ ਬਤਾਏ। ਕਹੋ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਹੇ। ਜਿੰਨਾ ਚਿਰ ਆਪਣੇ ਆਪ ਦੇ ਅੰਦਰ ਦੀ ਖੋਜ ਨਹੀਂ ਕਰਦਾ ਪਿਆਰਿਓ, ਸਰੀਰ ਦਾ ਮੂਲ ਮਨ ਹੈ, ਮਨ ਦਾ ਮੂਲ ਆਤਮਾ ਹੈ, ਤੇ ਆਤਮਾ ਦਾ ਮੂਲ ਪਰਮਾਤਮਾ ਹੈ। ਜਿੰਨਾ ਚਿਰ ਨਹੀਂ ਖੋਜ ਕਰਦਾ, ਬਾਹਰ ਭਟਕਦਾ ਫਿਰਦਾ, ਉਹ ਭਰਮਾਂ ਦਾ ਜਿਵੇਂ ਪਾਣੀ ਦੇ ਉੱਤੇ ਬੂਰ ਪਿਆ ਹੈ ਤੇ ਉਹ ਪਾਣੀ ਨੂੰ ਢੱਕ ਲੈਂਦਾ। ਇਸੇ ਤਰ੍ਹਾਂ ਇਹ ਭਰਮ ਦਾ ਪਰਦਾ ਜਿਹੜਾ ਪਿਆ ਹੋਇਆ, ਇਹ ਦੂਰ ਕਦੋਂ ਹੋਣਾ? ਗੁਰੂ ਦੀ ਕਿਰਪਾ ਨਾਲ। 9 ਦੁਆਰੇ ਕਾਇਆ ਕੋਟ ਹੈ, 10ਵਾਂ ਗੁਰ ਰਖੀਜੈ। ਬਜਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਖਰੀਜੈ। ਅਨਹਦ ਵਾਜੇ ਧੁਨ ਵੱਜਦੇ, ਗੁਰ ਸ਼ਬਦ ਸੁਣੀਜੈ। ਤਿਤ ਕਟ ਅੰਤਰ ਚਾਨਣਾ, ਕਰ ਭਗਤ ਮਰੀਜੈ। ਸਭ ਮੈਂ ਏਕੋ ਵਰਤਦਾ। ਪਹਿਲਾਂ ਹੋਰ ਦਾ ਹੋਰ ਨਜ਼ਰ ਆ ਰਿਹਾ ਸੀ, ਹੁਣ ਕੀ ਆ ਰਿਹਾ? ਸਭ ਮੈਂ ਏਕੋ ਵਰਤਦਾ, ਜਿਨ ਆਪੇ ਰਚਨ ਰਚਾਈ। ਵਾਹੋ ਸੱਚੇ ਪਾਤਸ਼ਾਹ ਤੋਂ ਸੱਚੀ ਨਾਈ। ਇਸ ਕਰਕੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਫਿਰ ਤੁਹਾਨੂੰ ਬਾਹਰ ਭਟਕਣ ਦੀ ਲੋੜ ਨਹੀਂ। ਲੋੜ ਹੈ ਕਿ ਤੁਸੀਂ ਸਮਰੱਥ ਗੁਰੂ ਦੇ ਲੜ ਲਾ ਕੇ ਉਸ ਵਾਹਿਗੁਰੂ ਦੇ ਗੁਣ ਗਾਓ, ਸਿਫਤ ਸਲਾਹ ਕਰੋ। ਆਪਣੇ ਜਨਮ ਨੂੰ ਬਿਰਥਾ ਨਾ ਗਵਾਓ। ਅਮੋਲਕ ਜਨਮ ਹੈ, ਸਾਰੀ ਦੁਨੀਆ ਦੀ ਧਨ ਦੌਲਤ ਦੇ ਦੀਏ, ਇੱਕ ਸਵਾਸ ਵੀ ਜਿਹੜਾ ਪਿਆਰਿਓ ਉਹ ਸਾਨੂੰ ਕਿਤੋਂ ਪ੍ਰਾਪਤ ਨਹੀਂ ਹੁੰਦਾ। ਭਾਵੇਂ ਦੁਨੀਆ ਦੇ ਧਨ ਮਾਲ, ਧਨ ਦੌਲਤ, ਰਾਜ ਭਾਗ ਕਿੰਨੇ ਵੀ ਮਿਲ ਜਾਣ, ਪਰ ਜੇ ਉਸ ਮਾਲ ਦੀ ਸਿਫਤ ਸਲਾਹ ਵਿੱਚ ਨਹੀਂ ਜੁੜਿਆ, ਗੁਣ ਗੋਬਿੰਦ ਗਾਇਓ ਨਹੀਂ। ਜਨਮ ਆਕਾਰਥ ਕੀਨ, ਚਾਹੇ ਸੇਠ ਹੈ, ਚਾਹੇ ਰਾਜਾ ਹੈ, ਸਾਰੀ ਦੁਨੀਆ ਦਾ ਚਾਹੇ ਰਾਜਾ ਪਿਆਰਿਓ, ਕੀ ਹੋਏਗਾ ਫਿਰ? ਮਾਰੇ ਕਹਿੰਦੇ ਨੇ ਕਿ ਨਵ ਖੰਡਨ ਕੋ ਰਾਜ ਕਮਾਵੇ, ਅੰਚਲੈ ਗੋਹਾਰੀ। ਪਹਿਲਾ ਬਚਨ ਹੁੰਦਾ ਹਰ ਬਿਸਰਤ ਸਦਾ ਖੁਆਰੀ। ਤਾਕੋ ਧੋਖਾ ਕਹਾਂ ਵਿਆਪੈ, ਜਾਂ ਕੋ ਓੜ ਤੁਹਾਰੀ। ਬਿਨ ਸਿਮਰਨ ਜੋ ਜੀਵਨ ਬਲਨਾ, ਸਰਬ ਜੈਸੇ ਅਰਜਾਰੀ। ਨਵ ਖੰਡਨ ਕੋ ਰਾਜ ਕਮਾਵੇ, ਅੰਚਲੈ ਗੋਹਾਰੀ। ਜੇ ਜਨਮ ਕਾਲ ਚਲਾ ਗਿਆ, ਹਾਰ ਕੇ ਜਾਏਗਾ। ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਕਾਰਥ ਕੀਨ। ਕਹੋ ਨਾਨਕ ਹਰ ਭਜ ਮਨਾ, ਜਿਹੇ ਬਿਦ ਜਲ ਕੋ ਬੀਨ। ਭਾਈ ਇਸ ਤਰ੍ਹਾਂ ਉਸ ਹਰੀ ਪਰਮੇਸ਼ਰ ਦਾ ਭਜਨ ਕਰੋ, ਸਿਮਰਨ ਕਰੋ। ਜਿਵੇਂ ਜਿਹੜੀ ਮੱਛੀ ਹੈ ਪਿਆਰਿਓ, ਉਹਦੇ ਅੰਦਰ ਸੱਚੀ ਜਿਹੜੀ ਹੈ ਉਹ ਪ੍ਰੀਤ ਹੈ ਮੱਛੀ ਦੇ ਅੰਦਰ। ਦੇਖੋ ਮੈਂ ਪਹਿਲਾਂ ਬੇਨਤੀ ਕੀਤੀ, ਸਰੋਵਰ ਹੈ, ਤਲਾਬ ਹੈ, ਪਾਣੀ ਘਟ ਜਾਂਦਾ ਹੈ, ਸੁੱਕ ਜਾਂਦਾ ਹੈ। ਉਹ ਪੰਛੀ ਤਾਰੀਆਂ ਲਾਉਂਦੇ ਸੀ, ਉੱਡ ਜਾਂਦੇ ਆ।
ਹੋਰ ਜਾਨਵਰ ਵੀ ਡੱਡੂ ਆ ਛੱਡ ਕੇ ਦੂਜੇ ਚਲੇ ਜਾਂਦੇ ਨੇ, ਕਛੂ ਕੰਮਾਂ ਹੋਰ ਕੀ ਹੈ ਛੱਡ ਜਾਂਦੇ, ਪਰ ਮੱਛੀ ਉੱਥੇ ਪ੍ਰਾਣ ਤਿਆਗ ਦਿੰਦੀ ਹੈ। ਪਿਆਰ ਉਹਦੀ ਪ੍ਰੀਤ ਸੱਚੀ ਹੈ, ਇੱਕ ਨਾਲ ਪ੍ਰੀਤ ਹੈ। ਬਸ ਇਹੋ ਜੀ ਪ੍ਰੀਤ ਜਿਹੜੀ ਹੈ ਸਾਡੇ ਅੰਦਰ ਹੋਵੇ। ਅਸੀਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਨਮਸਕਾਰ ਕਰੀਏ। ਸਾਰੀਆਂ ਸੰਗਤਾਂ ਨੂੰ ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਦੇਸ਼ ਵਿਦੇਸ਼ ਵਿੱਚ ਸੰਗਤਾਂ ਜਿਹੜੀਆਂ ਨੇ ਲਾਈਵ ਸਰਵਣ ਕਰਦੀਆਂ ਨੇ, ਬਾਅਦ ਵਿੱਚ ਸਰਵਣ ਕਰਦੀਆਂ ਹਨ, ਸਾਰੀਆਂ ਸੰਗਤਾਂ ਦੀ ਹਾਜ਼ਰੀ ਸਤਿਗੁਰ ਸੱਚੇ ਪਾਤਸ਼ਾਹ ਪ੍ਰਵਾਨ ਕਰਨ ਤੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਆਪ ਜੀ ਦੇ ਬੇਅੰਤ ਬਚਨਾਂ ਵਿੱਚੋਂ ਸਾਡੇ ਤੇ ਕਿਰਪਾ ਕਰੋ ਕਿ ਸਾਡੇ ਹਿਰਦੇ ਵਿੱਚ ਆਪ ਜੀ ਦਾ ਬਚਨ ਵਸ ਜਾਵੇ। ਸੰਤੋ ਸਾਗਰ ਪਾਰ ਉਤਰੀਐ, ਜੇ ਕੋਈ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ। ਅਸੀਂ ਵੀ ਇਸ ਭਵ ਸਾਗਰ ਤੋਂ ਪਾਰ ਹੋ ਜਾਈਏ। ਆਪ ਜੀ ਅੱਗੇ ਅਰਦਾਸ ਭਾਈ ਮੱਖਣ ਸ਼ਾਹ ਨੇ ਕੀਤੀ ਸੀ, ਉਹਦਾ ਬੇੜਾ ਪਾਰ ਹੋਇਆ। ਆਪ ਜੀ ਦੇ ਜੀਵਨ ਰੂਪੀ ਬੇੜੇ ਨੇਕਾਂ ਦੇ ਤਾਰੇ ਤੇ ਹੁਣ ਵੀ ਸਦਾ ਹੀ ਤਾਰਦੇ ਹੋ। ਆਪ ਜੀ ਤੇ ਸਦਾ ਹੀ ਸਮਰੱਥ ਹੋ, ਸਦਾ ਹੀ ਅੰਗ ਸੰਗ ਹੋ ਤੇ ਤੇਗ ਬਹਾਦਰ ਸਿਮਰਿਐ ਘਰ ਨੌਨ ਆਵੈ ਤਾਏ, ਸਭ ਥਾਈ ਹੋਏ ਸਹਾਏ। ਆਓ ਹੁਣ ਸਾਧ ਸੰਗਤ ਜੀ ਸਮਾਂ ਹੋ ਰਿਹਾ, ਹੋਈਆਂ ਬੇਅੰਤ ਭੁੱਲਾਂ ਦੀ ਆਪ ਜੀ ਨੇ ਖਿਮਾ ਕਰਨੀ। ਆਪ ਜੀ ਸਾਰੇ ਜਾਣਦੇ ਹੋ ਕਿ ਕਿਸਾਨ ਮਜ਼ਦੂਰ ਸੰਘਰਸ਼ ਚੱਲ ਰਿਹਾ ਹੈ। ਸਾਹਿਬ ਕਿਰਪਾ ਕਰਨ, ਗਰਮੀ ਸਰਦੀ ਕਿੰਨੀ ਜਿਹੜੀ ਹੈ ਚੱਲ ਰਹੀ ਕਿਸ ਤਰ੍ਹਾਂ ਦੀ, ਉਹ ਸਾਰੇ ਦੁੱਖ ਸਹਿੰਦਿਆਂ ਹੋਇਆਂ ਭਾਈ ਬੈਠੇ ਹੋਏ ਨੇ, ਉਹਨਾਂ ਵਾਸਤੇ ਵੀ ਅਰਦਾਸ। ਬਾਕੀ ਕਰੋਨਾ ਮਹਾਮਾਰੀ ਆਪ ਜੀ ਜਾਣਦੇ ਹੋ, ਪਿਛਲੇ ਸਾਲ ਅੱਜ ਕੱਲ ਕੀ ਸੀ ਤੇ ਹੁਣ ਅੱਜ ਕੱਲ ਇੱਕ ਵਾਰੀ ਘੱਟ ਹੋ ਕੇ ਇੱਕਦਮ ਤੂਫਾਨ ਵਾਂਗੂ ਆਇਆ, ਤੇ ਅਸੀਂ ਲਾਪਰਵਾਹ ਨਹੀਂ ਹੋਣਾ। ਮਾਸਕ ਬਣ ਕੇ ਰੱਖਿਆ ਕਰੋ, ਭੀੜਾਂ ਵਿੱਚ ਤੁਸੀਂ ਨਾ ਜਾਓ। ਇਸੇ ਕਰਕੇ ਅਸੀਂ ਸੰਗਤਾਂ ਨੂੰ ਵੀ ਜ਼ਿਆਦਾ ਬੇਨਤੀ ਕੀਤੀ ਕਿ ਲਾਈਵ ਸਰਵਣ ਭਾਈ ਕਰੋ। ਜਿਹੜੇ ਪ੍ਰੇਮੀ ਇੱਥੇ ਆਉਂਦੇ ਨੇ ਉਹ ਵੀ ਜਿਵੇਂ ਇੱਥੋਂ ਦੇ ਗੁਰੂ ਪਿਆਰੇ ਸਿੰਘ ਆਪ ਜੀ ਨੂੰ ਬੇਨਤੀ ਕਰਨ ਕਿ ਵਿੱਚ ਜਗ੍ਹਾ ਛੱਡ ਕੇ ਭਾਈ ਬੈਠਿਆ ਕਰੋ, ਕਿਉਂਕਿ ਇੱਕ ਤੋਂ ਕਿ ਪਰਿਵਾਰ ਨੂੰ ਹੋ ਰਿਹਾ। ਮੈਨੂੰ ਦੱਸਣ ਦੀ ਲੋੜ ਨਹੀਂ, ਜੋ ਹਾਲਾਤ ਨੇ ਉਹ ਆਪ ਜੀ ਜਾਣਦੇ ਹੋ। ਆਪਣੇ ਕੋਲ ਅਰਦਾਸ ਹੈ, ਵਾਹਿਗੁਰੂ ਕਿਰਪਾ ਕਰੋ। ਇਹ ਸੰਸਾਰ ਆਪ ਜੀ ਦਾ ਹੈ, ਜੀ ਵੀ ਆਪ ਜੀ ਦੇ, ਸਾਰੇ ਆਪ ਜੀ ਦੇ ਬੱਚੇ ਹਨ। ਸਾਰੇ ਜਤ ਦੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰਾ ਉਬਰੈ ਤਿਤੈ ਲਿਹੋ ਬਾਰ। ਹੈ ਵਾਹਿਗੁਰੂ ਆਪ ਬਖਸ਼ਣ ਹਾਰੋ, ਸਤ ਬਖਸ਼ਣ ਸਦਾ ਮਿਹਰਬਾਨਾ। ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਤਸ਼ਾਹ ਪਰਿਓ, ਰਾਖ ਲਿਹੋ ਇਹੋ ਬਾਰੀ। ਆਪ ਸੱਚੇ ਪਾਤਸ਼ਾਹ ਕਿਰਪਾ ਕਰੋ ਇਸ ਸੰਸਾਰ ਦੇ ਉੱਤੇ, ਆਪ ਕਿਰਪਾ ਕਰੋ। ਜੇ ਉਹ ਕਰੋਨਾ ਮਹਾਮਾਰੀ ਤੇ ਸੱਚੇ ਪਾਤਸ਼ਾਹ ਆਪ ਤੇ ਸਮਰੱਥ ਹੋ, ਆਪ ਕਿਰਪਾ ਦੀ ਦ੍ਰਿਸ਼ਟੀ ਆਪ ਜੀ ਦੇ ਇਸ ਸੰਸਾਰ ਤੇ ਹੋਵੇ। ਇਹੋ ਜਿਹੀਆਂ ਮਹਾਮਾਰੀਆਂ ਤੋਂ ਸੰਸਾਰ ਬਚ ਕੇ ਆਪ ਜੀ ਦੀ ਸਿਫਤ ਸਲਾਹ ਵਿੱਚ ਸੱਚੇ ਪਾਤਸ਼ਾਹ ਜੁੜੇ, ਇਹ ਸਵਾਸ ਲੇਖੇ ਦੇ ਲੱਗ ਜਾਣ। ਬਾਕੀ ਦਾਸ ਵੱਲੋਂ ਬੇਨਤੀ ਹੈ, ਪਿਛਲੇ ਮਾਰਚ ਦੇ 30 ਮਾਰਚ ਨੂੰ ਪੈਰ ਤੇ ਕਾਫੀ ਚੋਟ ਆ ਗਈ ਸੀ, ਪੈਰ ਦੀਆਂ ਹੱਡੀਆਂ ਕੁਝ ਟੁੱਟ ਗਈਆਂ ਸਨ ਤੇ ਫਿਰ ਉੱਥੇ ਸਰਜਰੀ ਰੁਦਰਪੁਰ ਹੋਈ, ਇੱਥੇ 4 ਨੂੰ ਆ ਗਏ ਤੇ ਹੁਣ ਕੱਲ ਵੀ ਉੱਥੇ ਸਵਾਲ ਗਏ ਸੀ। ਉਹਨਾਂ ਐਕਸਰੇ ਕੀਤੇ, ਉਹਨਾਂ ਕਿਹਾ ਵੀ ਬਾਕੀ ਸਭ ਠੀਕ ਹੈ, ਪਰ ਅਜੇ ਪੈਰ ਤੇ ਵਜਨ ਨਹੀਂ ਪਾਉਣਾ 1 ਮਹੀਨਾ ਉਹਨਾਂ ਨੇ, ਬਾਕੀ ਠੀਕ ਹੈ। ਸੋ ਵਜਨ ਜਿਹੜਾ ਵੀ ਅਜੇ ਬਿਲਕੁਲ ਨਹੀਂ ਪਾਉਣਾ, ਉਹਦੇ ਵਾਸਤੇ ਫਿਰ ਧਿਆਨ ਰੱਖਣਾ ਪੈਂਦਾ। ਕੁਛ ਪ੍ਰੇਮੀਆਂ ਦਾ ਖਿਆਲ ਸੀ ਕਿ ਸ਼ਾਇਦ ਤੁਸੀਂ ਜਾਓਗੇ ਕਿਤੇ ਉੱਚੇ ਨੀਵੇਂ ਥਾਂ ਪੈਰ ਨਾ ਰੱਖਿਆ ਜਾਵੇ। ਮੈਨੂੰ ਪਤਾ ਹੈ ਤੁਹਾਡੇ ਅੰਦਰ ਪਿਆਰ ਹੈ, ਹਮਦਰਦੀ ਹੈ, ਫਿਰ ਹੀ ਮਨ ਵਿੱਚ ਬਾਰ-ਬਾਰ ਆ ਰਿਹਾ ਸੀ ਕਿ ਮੈਂ ਤੁਹਾਡਾ ਸਾਹਿਬ ਜਾ ਕੇ ਨਮਸਕਾਰ ਕਰਾਂ, ਆਓ ਸੰਗਤਾਂ ਦੇ ਦਰਸ਼ਨ ਵੀ ਕਰਾਂ। ਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੈ, ਤੁਹਾਡੀਆਂ ਅਰਦਾਸਾਂ, ਤੁਹਾਡੀਆਂ ਜਿਹੜੀਆਂ ਅਸੀਸਾਂ ਹਨ, ਉਹਦੇ ਕਰਕੇ ਇਹ ਭਾਈ ਸੇਵਾ ਹੋ ਰਹੀ ਹੈ। ਬਾਕੀ ਜਿੰਨੇ ਵੀ ਪ੍ਰੇਮੀ ਮਾਈ ਭਾਈ ਤੁਸੀਂ ਬਾਹਰੋਂ ਆਉਂਦੇ ਹੋ, ਇੱਥੇ ਸੇਵਾ ਕਰਿਆ ਕਰੋ। ਜਿਹੜੇ ਇੱਥੇ ਰਹਿੰਦੇ ਹੋ ਮਾਈ ਭਾਈ, ਉਹ ਵੀ ਕੋਈ ਝਾੜੂ ਦੀ ਹੈ, ਕੋਈ ਜਲ ਛਿਣਕਣ ਦੀ ਹੈ, ਕਿਤੇ ਜਿੱਥੇ ਜਿੱਥੇ ਸੇਵਾ ਦਾ ਡਿਊਟੀਆਂ ਹਨ ਭਾਈ, ਚਾਹੇ ਕੋਈ ਖੰਡ ਪਾਠੀ ਸਿੰਘ ਹਨ, ਉਹਨਾਂ ਨੂੰ ਮੈਂ ਬੇਨਤੀ ਕੀਤੀ ਹੈ ਕਿ ਤੁਸੀਂ ਵੀ ਕੋਈ ਸਮਾਂ ਅੱਡ ਸੇਵਾ ਕਰਿਆ ਕਰੋ ਜਿੱਥੇ ਜਿੱਥੇ ਡਿਊਟੀਆਂ ਨੇ, ਕਿਉਂਕਿ ਸਵਾਸ ਜਾ ਰਹੇ ਨੇ, ਆ ਰਹੇ ਨੇ ਵਿਹਲਿਆਂ ਬੈਠ ਕੇ। ਬਹੁਤ ਸਾਰੇ ਐਸੇ ਪ੍ਰੇਮੀ ਤੁਸੀਂ ਵੀ ਦੇਖੇ, ਮੈਂ ਵੀ ਦੇਖੇ, ਕਿ ਉਹ ਵਿਚਾਰੇ ਚਾਹੁੰਦੇ ਨੇ ਪਰ ਉਹਨਾਂ ਕੋਲ ਸਮਾਂ ਹੀ ਨਹੀਂ ਵਿਚਾਰਿਆਂ ਕੋਲ ਮਿਲਦਾ। ਪਿਆਰਿਓ, ਅੰਦਰ ਹੈ ਕਿ ਸਾਨੂੰ ਸਮਾਂ ਮਿਲੇ,
ਅਸੀਂ ਵੀ ਕਿਤੇ ਜਾ ਕੇ ਕੀਰਤਨ ਸੁਣੀਏ, ਸੇਵਾ ਕਰੀਏ, ਪਰ ਕੁਦਰਤੀ ਹੈ, ਨਹੀਂ ਮਿਲਦਾ। ਸੋ ਇਹ ਸਾਡੇ ਵੱਡੇ ਭਾਗ ਹਨ, ਸਾਨੂੰ ਸਮਾਂ ਮਿਲਿਆ। ਇਹ ਟੇਢ ਛੱਡ ਤੂੰ ਗੁਰ ਕਾ ਸ਼ਬਦ ਪਛਾਣ, ਤੇ ਆਪਾਂ ਇਹ ਸਮਾਂ ਜਿਹੜਾ ਹੈ ਲੇਖੇ ਚ ਲਾਈਏ। ਸਤਿਗੁਰ ਸੱਚੇ ਪਾਤਸ਼ਾਹ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ। ਦਾਸ ਕੋਲੋਂ ਗੁਰਬਾਣੀ ਪੜ੍ਹਦਿਆਂ, ਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰਦਿਆਂ ਇੱਕ ਨਹੀਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ, ਅਣਜਾਣ ਸਮਝ ਕੇ ਆਪ ਜੀ ਨੇ ਸਾਧ ਸੰਗਤ ਦੀ ਖਿਮਾ ਕਰਨਾ। ਬਾਕੀ ਬੇਨਤੀਆਂ ਬਾਅਦ 'ਚ ਕੀਤੀਆਂ ਜਾਣਗੀਆਂ। ਹੁਣ ਆਨੰਦ ਸਾਹਿਬ ਤੇ ਗੋਸਤੋਤਰ ਭਾਈ ਸੁਖਿੰਦਰ ਸਿੰਘ ਜੀ ਪੜ੍ਹਨਗੇ ਤੇ ਮੈਂ ਜਾਣਾ, ਕਿਉਂਕਿ ਉਹ ਮੇਰੇ ਕੋਲ ਫਿਰ ਜਿਹੜਾ ਹੈ, ਕਿਉਂਕਿ ਮੈਂ ਵੀ ਨਹੀਂ ਚਾਹੁੰਦਾ ਕਿ ਮੈਂ ਬੈਠਾ ਰਹਾਂ ਅਰਦਾਸ ਵਿੱਚ, ਤੇ ਦੂਸਰਾ ਥੋੜ੍ਹਾ ਜਿਹਾ ਅਜੇ ਜਿਵੇਂ ਮੁਸ਼ਕਿਲ ਜਿਹਾ, ਇਸ ਕਰਕੇ ਮੈਂ ਆਪ ਜੀ ਤੋਂ ਜਾਣ ਦੀ ਵੀ ਖਿਮਾ ਮੰਗਦਾ ਹਾਂ। ਕੋਟਨ ਕੋਟਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ। ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।